ਨਾਰਥ ਅਮਰੀਕਾ ਦੇ ਵਿੱਚ ਕੋਈ ਵੀ ਭੁੱਖਾ ਨਹੀਂ ਮਰ ਸਕਦਾ, ਕੋਈ ਭੁੱਖਾ ਨਹੀਂ ਸੋ ਸਕਦਾ ਅਨਟਿਲ ਐਂਡ ਅਨਲੈਸ ਉਹ ਮਿਹਨਤ ਕਰਨ ਵਾਸਤੇ ਤਿਆਰ ਹੋਏ, ਕਿਉਂਕਿ ਮੈਂ ਇਸ ਚੀਜ਼ ਤੋਂ ਆਪ ਗੁਜ਼ਰਿਆ। ਸਾਰਿਆਂ ਨੂੰ ਇਹ ਕਹਿਤਾ ਇਟ ਇਜ਼ ਵੈਰੀ ਇਨਸੈਂਸਿਟਿਵ। ਜਿਹੜਾ ਵਿਚਾਰਾ ਸਟਰਗਲ ਕਰ ਰਿਹਾ ਉਹ ਦੇਖੂਗਾ ਕਿ ਯਾਰ ਇਹ ਐਂ ਕਹੀ ਜਾਂਦੇ ਅਸੀਂ ਤਾਂ ਮਿਹਨਤ ਕਰਨ ਨੂੰ ਤਿਆਰ ਆ, ਪਰ ਸਾਨੂੰ ਤਾਂ ਮੌਕਾ ਹੀ ਨਹੀਂ ਮਿਲ ਰਿਹਾ। ਸੋ ਯੂ ਡੋਂਟ ਯੂ ਥਿੰਕ ਇਹ ਇਨਸੈਂਸਿਟਿਵ ਸੀਗਾ ਤੁਸੀਂ ਸਾਰਿਆਂ ਨੂੰ ਯਾਨੀ ਇੱਕ ਵਾਰ 'ਚ ਹੀ ਰਗੜਤਾ? ਅਸੀਂ ਜਿਸ ਵੇਲੇ ਮੈਂ ਖਾਲਸਾ ਕਾਲਜ ਪੜ੍ਹਿਆ, ਅਸੀਂ ਜਿਸ ਵੇਲੇ ਖਾਲਸਾ ਕਾਲਜ ਪੜ੍ਹਦੇ ਹੁੰਦੇ ਸੀ, ਅਸੀਂ ਤਾਂ ਗੇੜੇ ਲਾਉਂਦੇ ਹੁੰਦੇ ਸੀ ਵਿਹਲੇ, ਘਰੋਂ 50 ਰੁਪਏ ਲੈਣੇ ਤੇ 20 ਦਾ ਪੈਟਰੋਲ ਪਵਾਉਣਾ। ਪਹਿਲੇ ਯਾਮਾ ਹੁੰਦੀ ਸੀ, ਫਿਰ ਬੁਲਟ ਹੁੰਦੀ ਸੀ, ਤੇ ਗੇੜੇ ਮਾਰਦੇ ਹੁੰਦੇ ਸੀ, ਤਾਂ ਕੰਮ ਹੀ ਕੋਈ ਨਹੀਂ ਕੀਤਾ। ਇਹ ਪਰ ਯਾਮਾ ਤੇ ਬੁਲਟ ਤੇ ਗੇੜੇ ਮਾਰਨ ਵਾਲਿਆਂ ਨੇ ਉਹਨਾਂ ਨੂੰ ਵੀ ਫਿਰ ਰਗੜਤਾ ਵੀ ਇੱਥੇ ਆ ਕੇ ਜਿਹੜੇ ਮਸਟੈਂਗ ਲੈ ਕੇ ਗੇੜੀਆਂ ਮਾਰਦੇ ਨੇ। ਭਾਜੀ ਮੇਰੀ ਗੱਲ ਸੁਣੋ, ਤੁਸੀਂ ਕਿਹੜੀ ਗੱਡੀ ਚਲਾਉਂਦੇ ਹੋ? ਨਹੀਂ ਚਲੋ ਭਾਜੀ ਮੇਰੀ ਤਾਂ ਗੱਲ ਛੱਡ ਦਿਓ, ਆਪਾਂ ਤਾਂ ਸਟੂਡੈਂਟਸ ਦੀ ਗੱਲ ਕਰ ਰਹੇ ਹਾਂ। ਛੱਡਣੀ ਨਹੀਂ ਹੈ ਨਾ ਭਾਜੀ, ਇਹੀ ਤਾਂ ਗੱਲ ਹੈ। ਕਿਉਂਕਿ ਸਾਡੇ ਵਿੱਚ ਕੀ ਹੈ, ਹਰ ਬੰਦਾ ਨਾ ਆਪਣੇ ਆਪ ਨੂੰ ਸੇਵ ਰੱਖ ਕੇ ਚੱਲਣਾ ਚਾਹੁੰਦਾ। ਸਿਆਣੇ ਕਹਿੰਦੇ ਜਿੰਨੀ ਚਾਦਰ ਹੋਏ ਉਨੇ ਪੈਰ ਪਸਾਰੋ। ਅੱਛਾ, ਇਹਦਾ ਮਤਲਬ ਇਹ ਵੀ ਨਹੀਂ ਕਿ ਮੇਰਾ ਫੇਰ ਉਹੀ ਸਵਾਲ ਹੈ, ਤੁਸੀਂ ਮਸਟੈਂਗ ਵਾਲੇ ਜਿਹੜੇ ਘੁੰਮ ਰਹੇ ਤੁਸੀਂ ਕਿਹੜਾ ਉਹਨੂੰ ਜਾਣਦੇ ਹੋ? ਕੀ ਪਤਾ ਉਹਨੂੰ ਇੱਥੇ 5 ਸਾਲ ਹੋ ਗਏ ਹੋਣ, ਚਾਹੇ 3 ਸਾਲ ਹੋ ਗਏ ਹੋਣ, ਬਟ ਐਂਡ ਦੇ ਕੈਨ ਅਫੋਰਡ ਇਟ। ਮੇਰਾ ਤਾਂ ਇਹੀ ਸਵਾਲ ਹੈ, ਮਸਟੈਂਗ ਹਰ ਸਟੂਡੈਂਟ ਤਾਂ ਲਈ ਘੁੰਮਦਾ ਨਹੀਂ, ਬੱਸਾਂ ਭਰੀਆਂ ਪਈਆਂ ਨੇ ਸਟੂਡੈਂਟਸ ਕੋਲ। ਪਰ ਮੈਂ ਇਹੋ ਜਿਹੇ ਸਟੂਡੈਂਟ ਦੇਖਿਆ, 4 ਸਟੂਡੈਂਟਸ ਨੇ ਮਿਲ ਕੇ ਮਸਟੈਂਗ ਖਰੀਦੀ ਹੈ। ਇੱਕ ਵੀਕ ਇੱਕ ਮੁੰਡਾ ਚਲਾਉਂਦਾ ਹੈ, ਤੇ ਉਹਦੀ ਜਿਹੜੀ ਕਿਸ਼ਤ ਬਣੀ ਹੈ ਪਰ ਮੁੰਡਾ $250 ਜਾਂ $300 ਦਿੰਦਾ ਹੈ, ਔਰ 6 ਮਹੀਨੇ ਬਾਅਦ ਉਹਨਾਂ ਦਾ ਕ੍ਰੈਡਿਟ ਵੀ ਖਰਾਬ ਹੋ ਗਿਆ, ਉਹਨਾਂ ਦੀ ਹਿਸਟਰੀ ਵੀ ਖਰਾਬ ਹੋ ਗਈ। ਆਈ ਪਾਰਟੀ ਅਲੋਟ, ਆਮ ਅ ਪਾਰਟੀ ਐਨੀਮਲ। ਦੈਟ ਡਜ਼ਨਟ ਮੀਨ ਜੇ ਸਿਆਣੀ ਬੰਦਾ ਗੱਲ ਕਰ ਲੇ, ਐ ਮਤਲਬ ਨਹੀਂ ਕਿ ਤੁਸੀਂ ਪਾਰਟੀ ਨਹੀਂ ਕਰਦੇ ਵੀਕਐਂਡ 'ਤੇ ਜਾ ਕੇ। ਸਾਰੇ ਪਾਰਟੀ ਕਰਦੇ, ਇੱਥੇ ਅਸੀਂ ਵਧੀਆ ਜ਼ਿੰਦਗੀ ਵਾਸਤੇ ਆਏ ਹਾਂ, ਪਰ ਆਪਣੀ ਚਾਦਰ ਵੇਖ ਕੇ। ਮੈਂ ਇਹ ਕਹਿ ਰਿਹਾ, ਮੇਰਾ ਹੋਰ ਕੋਈ ਨਹੀਂ ਹੈ, ਆਪਣੀ ਚਾਦਰ ਵੇਖ ਕੇ। ਇਹ ਵੀ ਤੁਹਾਡੀ ਗੱਲ ਠੀਕ ਹੈ ਵੀ ਤੁਸੀਂ ਕਹਿੰਦੇ ਸਾਰੀ ਪਾਰਟੀਆਂ ਕਰਦੇ, ਪਰ ਐਕਚੁਅਲੀ ਤੁਸੀਂ ਹਜੇ ਵੀ ਜੇ ਕਿਚੀਜੀ ਜਾਂ ਫੇਸਬੁੱਕ ਮਾਰਕੀਟ ਪਲੇਸ ਖੋਲੋਗੇ, ਤੁਹਾਨੂੰ ਸਟੂਡੈਂਟ ਕੁੜੀਆਂ ਇਹੋ ਜਿਹੀਆਂ ਵੀ ਮਿਲਣਗੀਆਂ ਜਿਹੜੀਆਂ ਸਾਡੇ ਵਰਗੇ ਘਰਾਂ 'ਚੋਂ ਆਈਆਂ ਨੇ ਪੰਜਾਬ 'ਚੋਂ, ਲੇਕਿਨ ਵੀਕਐਂਡ ਤੇ ਤੁਹਾਡੇ ਘਰ ਦੀ ਸਫਾਈ ਕਰਨ ਵੀ ਆ ਜਾਣਗੀਆਂ ਤੇ $10 ਪਰ ਆਵਰ ਤੇ। ਜੇ ਆਪਾਂ ਕੈਨੇਡਾ ਨੂੰ ਹੀ ਭੰਡੀ ਜਾਈਏ ਕਿ ਕੈਨੇਡਾ ਮਾੜਾ ਹੈ ਜੀ, ਇੱਥੇ ਕੰਮ ਹੀ ਹੈ ਨਹੀਂ। ਇੰਡੀਆ ਕਿੰਨਾ ਕੁ ਕੰਮ ਹੈ, ਤੁਸੀਂ ਬੁਰਾ ਨਾ ਮਨਾਇਓ ਮੈਨੂੰ ਇਹ ਦੱਸੋ। ਮੈਂ ਕੀ ਕਹਿ ਰਿਹਾ ਔਰ ਤੁਸੀਂ ਕੀ ਕਹਿ ਰਹੇ? ਤੁਸੀਂ ਕਹਿ ਰਹੇ ਤੇ ਹੈ ਨਹੀਂ, ਤੇ ਤੁਹਾਡਾ ਤੱਥ ਕੀ ਨਿਕਲਿਆ, ਮੇਰਾ ਤੱਥ ਕੀ ਨਿਕਲਿਆ? ਮੇਰਾ ਤੱਥ ਨਿਕਲ ਰਿਹਾ ਕਿ ਪੇਸ਼ੈਂਸ ਰੱਖੋ, ਕੰਮ ਹੋ ਜਾਊਗਾ। ਤੁਹਾਡਾ ਤੱਥ ਇਹ ਹੈ ਕਿ ਬਹੁਤ ਦੁਖੀ ਹੈ ਤੇ ਵਾਪਸੀ ਚੱਲ ਜਾਓ। ਫਿਰ ਇਹਦਾ ਮਤਲਬ ਕੀ ਕਰੀਏ? ਵਾਟ ਯੂ ਵਾਂਟ ਟੂ ਪੋਰਟਰੇ? ਇੱਕ ਬਾਹਰਲੇ ਮੁਲਕ ਵਿੱਚ ਇੱਕ ਇਮੀਗ੍ਰੈਂਟ ਦੀ ਜ਼ਿੰਦਗੀ ਮੁਸ਼ਕਿਲ ਹੁੰਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਇਹ ਸਟਰਗਲਸ ਹੁਣ ਪੰਜਾਬੀ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ, ਕਿਉਂਕਿ ਕਈ ਸਾਲਾਂ ਤੋਂ ਅਸੀਂ ਇਸ ਤਰ੍ਹਾਂ ਇਮੀਗ੍ਰੇਟ ਕਰ ਰਹੇ ਹਾਂ ਅਲੱਗ-ਅਲੱਗ ਦੇਸ਼ਾਂ ਵਿੱਚ। ਪਰ ਜਦੋਂ ਉਹ ਦੇਸ਼ ਕਿਸੇ ਔਖੇ ਵੇਲੇ 'ਚੋਂ ਲੰਘ ਰਿਹਾ ਹੋਵੇ ਤਾਂ ਇੱਕ ਇਮੀਗ੍ਰੈਂਟ ਦੀ ਜ਼ਿੰਦਗੀ ਹੋਰ ਵੀ ਔਖੀ ਹੋ ਜਾਂਦੀ ਹੈ। ਪਿਛਲੇ ਕੁਝ ਮਹੀਨਿਆਂ ਤੋਂ ਇਹ ਰਿਪੋਰਟਸ ਆ ਰਹੀਆਂ ਨੇ ਕਿ ਸਟੂਡੈਂਟਸ ਖਾਸ ਕਰਕੇ ਇੱਥੇ ਜੌਬਸ ਲੱਭਣ ਵਿੱਚ ਉਹਨਾਂ ਨੂੰ ਮੁਸ਼ਕਿਲ ਆ ਰਹੀ ਹੈ, ਤੇ ਜਿਹੜੀਆਂ ਜੌਬਸ ਮਿਲ ਰਹੀਆਂ ਨੇ ਉਹਦੇ 'ਚ ਲੋ ਪੇ ਹੈ ਤੇ ਨਾਲ ਹੀ ਕੰਡੀਸ਼ਨਸ ਬਹੁਤ ਮਾੜੀਆਂ ਹੋ ਰਹੀਆਂ ਨੇ, ਜਿਸ ਕਰਕੇ ਇਨਫਲੇਸ਼ਨ ਦੇ ਦੌਰ ਵਿੱਚ ਸਟੂਡੈਂਟਸ ਇਸ ਵੇਲੇ ਖਾਸ ਕਰਕੇ, ਵੈਸੇ ਤਾਂ ਬਾਕੀ ਲੋਕ ਵੀ ਸਟਰਗਲ ਕਰ ਰਹੇ ਨੇ। ਇਸ ਤਰ੍ਹਾਂ ਦੀ ਕਈ ਰਿਪੋਰਟਸ ਆਈਆਂ ਬੈਂਕ ਆਫ ਕੈਨੇਡਾ ਦੀ ਇਨਫਲੇਸ਼ਨ ਤੋਂ ਬਾਅਦ। ਫਿਰ ਸਟੈਟਿਸਟਿਕਸ ਕੈਨੇਡਾ ਨੇ ਦੱਸਿਆ ਕਿ ਪਿਛਲੇ 1 ਸਾਲ ਵਿੱਚ ਅਨਇੰਪਲੋਇਮੈਂਟ ਸਭ ਤੋਂ ਹਾਈ ਰੇਟ ਤੇ ਹੈ। ਲੇਕਿਨ ਉਸ ਤੋਂ ਬਾਅਦ ਕਈ ਹੋਰ ਫੈਕਟਰਸ ਹੁੰਦੇ ਨੇ, ਕਿਉਂਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਸਟੂਡੈਂਟਸ ਦਾ ਐਟੀਟਿਊਡ ਸਹੀ ਨਹੀਂ ਹੈ, ਲੇਕਿਨ ਜੌਬਸ ਅਵੇਲੇਬਲ ਨੇ। ਖੈਰ, ਇਹ 2 ਪੱਖ ਹੋ ਸਕਦੇ ਇੱਕ ਕਹਾਣੀ ਦੇ, ਪਰ ਉਹਦੇ ਬਾਰੇ ਡਿਸਕਸ਼ਨ ਕਰਨੀ ਬਹੁਤ ਜ਼ਰੂਰੀ ਸੀਗੀ। ਸੋ ਮੈਂ ਇੱਕ ਵੀਡੀਓ ਦੇਖੀ ਫੇਸਬੁੱਕ ਤੇ ਹਰਮੀਤ ਸਿੰਘ ਕੋਹਲੀ ਜੀ ਦੀ, ਜਿਹਦੇ ਬਹੁਤ ਚਰਚਾ ਵਿੱਚ ਸੀਗੀ, ਕਈ ਵਿਊਜ਼ ਆਏ, ਤੇ ਉਹਨੂੰ ਇੱਕ ਜਦੋਂ ਡਿਜੀਟਲ ਚੈਨਲ ਨੇ ਸ਼ੇਅਰ ਕੀਤਾ ਤਾਂ ਅਸੀਂ ਸੋਚਿਆ ਕਿਉਂ ਨਾ ਹਰਮੀਤ ਜੀ ਦੇ ਨਾਲ ਅਸੀਂ ਖੁਦ ਗੱਲਬਾਤ ਕਰੀਏ ਤੇ ਜਾਣੀਏ ਕਿ ਉਹਨਾਂ ਦਾ ਪੱਖ ਇਸ ਬਾਰੇ ਕੀ ਹੈ। ਹਰਮੀਤ ਜੀ, ਵੈਲਕਮ ਪਹਿਲਾਂ ਤਾਂ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਭਾਜੀ। ਤੇ ਹਰਮੀਤ ਜੀ, ਮੈਨੂੰ ਦੱਸੋ, ਜ਼ਿਆਦਾਤਰ ਜਿਹੜੀ ਅਸੀਂ ਵੀ ਹੁਣ ਤੱਕ ਖਬਰਾਂ ਵੀ ਦੇਖ ਰਹੇ ਹਾਂ, ਰਿਪੋਰਟੇਜ ਕਰ ਰਹੇ ਹਾਂ, ਉਹਦੇ 'ਚ ਇਹੀ ਸਾਹਮਣੇ ਆ ਰਿਹਾ ਇੰਟਰਵਿਊਜ਼ ਵਿੱਚ ਵੀ ਕਿ ਬੱਚਿਆਂ ਨੂੰ ਬਹੁਤ ਮੁਸ਼ਕਿਲਾਤ ਆ ਰਹੀ ਹੈ, ਖਾਸ ਕਰਕੇ ਇਸ ਸਮੇਂ ਵਿੱਚ ਜੌਬ ਲੱਭਣ ਵਿੱਚ, ਤੇ ਖਾਸ ਕਰਕੇ ਆਪਣੇ ਸ਼ਹਿਰਾਂ ਵਿੱਚ, ਜਿਹੜਾ GTA ਦਾ ਬਰੈਂਪਟਨ ਦੇ ਆਸ-ਪਾਸ ਦਾ ਏਰੀਆ ਜਿੱਥੇ ਪੰਜਾਬੀ ਜ਼ਿਆਦਾ ਨੇ, ਤੇ ਫਿਰ ਸਰੀ ਵੈਨਕੂਵਰ ਦਾ ਏਰੀਆ ਜਿੱਥੇ ਕੰਸਨਟ੍ਰੇਸ਼ਨ ਜਾਂ ਡੈਂਸਿਟੀ ਬਹੁਤ ਜ਼ਿਆਦਾ। ਪਰ ਤੁਹਾਡਾ ਇਸ ਬਾਰੇ ਖਿਆਲ ਨਹੀਂ ਹੈ ਮੈਨੂੰ ਲੱਗਦਾ। ਨਹੀਂ ਭਾਜੀ, ਪਹਿਲੀ ਗੱਲ ਤਾਂ ਮੈਂ ਕਹਿਣਾ ਚਾਹੁੰਦਾ ਵੀ ਇਕੱਲੇ ਸਟੂਡੈਂਟਸ ਨੂੰ ਹੀ ਪ੍ਰੋਬਲਮ ਨਹੀਂ ਆ ਰਹੀ, ਪ੍ਰੋਬਲਮ ਤਾਂ ਸਾਰਿਆਂ ਨੂੰ ਹੈਗੀ ਹੈ। ਪਰ ਪ੍ਰੋਬਲਮ ਕਿਹਦੀ ਲਾਈਫ ਦੇ ਵਿੱਚ ਨਹੀਂ ਹੁੰਦੀ, ਪ੍ਰੋਬਲਮ ਸਾਰਿਆਂ ਦੀ ਲਾਈਫ ਦੇ ਵਿੱਚ ਹੁੰਦੀ ਹੈ। ਵੀ ਸਿਆਣੇ ਕਹਿੰਦੇ ਕਿ ਯੂਅਰ ਪੇਸ਼ੈਂਸ ਵੈਨ ਯੂ ਹੈਵ ਨਥਿੰਗ ਐਂਡ ਯੂਅਰ ਐਟੀਟਿਊਡ ਵੈਨ ਯੂ ਹੈਵ ਐਵਰੀਥਿੰਗ ਇਨ ਲਾਈਫ। ਤੇ ਸਹਿਜ ਪਕੇ ਸੋ ਮਿੱਠਾ ਹੋਏ, ਸਾਡੇ ਸਿਆਣੇ ਕਹਿ ਗਏ ਨੇ। ਤੇ ਮੈਨੂੰ ਇੱਦਾਂ ਲੱਗਦਾ ਕਿ ਮੈਂ ਵੀ ਇੱਕ ਇਮੀਗ੍ਰੈਂਟ ਹੈ ਜੀ, ਮੈਨੂੰ ਲਗਭਗ 2-2.5 ਸਾਲ ਹੋਏ ਨੇ ਇੱਥੇ ਆਏ ਨੂੰ। ਤੇ ਜਿਹੜੀ ਜਰਨੀ ਹੈ, ਮੈਂ ਸਾਰੇ ਕੰਮ ਕੀਤੇ ਨੇ। ਇਹ ਨਹੀਂ ਕਿ ਮੈਂ ਸਿੱਧਾ ਆ ਕੇ ਕੋਈ SP ਭਰਤੀ ਹੋ ਗਿਆ। ਆਪਾਂ ਸਿਕਿਉਰਿਟੀ ਵੀ ਕੀਤੀ ਹੈ, ਸਕਿਪ ਵੀ ਕੀਤੀ ਹੈ, DoorDash ਵੀ ਕੀਤੀ ਹੈ, ਕ੍ਰੇਨ ਵੀ ਚਲਾਈ ਹੈ, ਮੇਰੇ ਕੋਲ ਫੋਰਕਲਿਫਟ ਦਾ ਵੀ ਲਾਇਸੈਂਸ ਹੈਗਾ। ਪਰ ਕਹਿਣ ਦਾ ਭਾਵ ਹੈ ਵੀ ਨਥਿੰਗ ਵਰਕਸ ਓਵਰਨਾਈਟ। ਤੁਹਾਨੂੰ ਥੋੜ੍ਹਾ ਜਿਹਾ ਜਿਹੜਾ ਕਹਿੰਦੇ ਨੇ ਵੀ ਆਪਣਾ ਸੁਭਾਅ ਦੇ ਵਿੱਚ ਥੋੜ੍ਹੀ ਜਿਹੀ ਹਲੀਮੀ ਲਿਆਉਣੀ ਚਾਹੀਦੀ ਹੈ, ਔਰ ਚੀਜ਼ਾਂ ਨੂੰ ਓਬਜ਼ਰਵ ਕਰਨਾ ਚਾਹੀਦਾ। ਆਪਾਂ ਕੱਲ੍ਹ ਬਹੁਤ ਛੇਤੀ ਪੈ ਜਾਂਦੇ ਹਾਂ, ਔਰ ਇਹ ਜਿਹੜੀ ਆਪਾਂ ਧਾਰਨਾ ਲੈ ਕੇ ਕੈਨੇਡਾ ਆਉਂਦੇ ਹਾਂ ਬਈ ਇੱਥੇ ਆਉਂਦੇ ਸਾਰੀ ਤੁਹਾਨੂੰ ਡਾਲਰ ਕੋਈ ਦਰੱਖਤ 'ਤੇ ਨਹੀਂ ਲੱਗੇ ਜੀ।
ਪਹਿਲੇ ਇਹ ਦੇਖੋ ਵੀ ਇੱਕ ਬੂਟਾ ਜਿਹੜਾ ਇੰਡੀਆ ਵਸਦਾ ਸੀਗਾ, ਉਹ ਬੂਟਾ ਤੁਸੀਂ ਪੁੱਟ ਕੇ ਇੱਥੇ ਲੈ ਕੇ ਆਏ ਹੋ, ਉਹਨੂੰ ਆਪਣੀ ਜੜ੍ਹਾਂ ਨੂੰ ਜਿਹੜੇ ਪਸਾਰਨ ਦੇ ਵਿੱਚ ਟਾਈਮ ਲੱਗੂਗਾ। ਤੇ ਬਿਲਕੁਲ ਔਖਾ ਟਾਈਮ ਹੈਗਾ ਜੀ। ਕੈਨੇਡਾ ਹੈਜ਼ ਨੈਵਰ ਵਿਟਨੈਸ ਦਿਸ, ਜਿੰਨੇ ਕਿ ਮੌਰਟਗੇਜ ਵਧੀਆਂ ਨੇ, ਰੈਂਟ ਵਧੇ ਨੇ, ਇਨਫਲੇਸ਼ਨ ਵਧੀ ਹੈ। ਪਰ ਟੂ ਬੀ ਓਨੈਸਟ, ਇੰਡੀਆ, ਪਾਕਿਸਤਾਨ, ਸਾਡੀ ਜਿਹੜੀ ਸਾਊਥ ਏਸ਼ੀਅਨ ਕੰਟਰੀਜ਼ ਨੇ, ਉਹਨਾਂ ਨਾਲੋਂ ਇੰਪਲੋਇਮੈਂਟ ਤਾਂ ਕਿਤੇ ਜ਼ਿਆਦਾ ਹੈਗੀ ਹੈ ਜੀ। ਹੁਣ ਮੈਨੂੰ ਇੱਦਾਂ ਲੱਗਦਾ ਵੀ ਨਾਰਥ ਅਮਰੀਕਾ ਦੇ ਵਿੱਚ ਕੋਈ ਵੀ ਭੁੱਖਾ ਨਹੀਂ ਮਰ ਸਕਦਾ, ਕੋਈ ਭੁੱਖਾ ਨਹੀਂ ਸੋ ਸਕਦਾ ਅਨਟਿਲ ਐਂਡ ਅਨਲੈਸ ਉਹ ਮਿਹਨਤ ਕਰਨ ਵਾਸਤੇ ਤਿਆਰ ਹੋਏ, ਕਿਉਂਕਿ ਮੈਂ ਇਸ ਚੀਜ਼ ਤੋਂ ਆਪ ਗੁਜ਼ਰਿਆ। ਤੇ ਮੈਨੂੰ ਇੱਦਾਂ ਲੱਗਦਾ ਥੋੜ੍ਹਾ ਜਿਹਾ ਐਟੀਟਿਊਡ ਜੇ ਪੋਜ਼ਿਟਿਵ ਹੋਏ ਤਾਂ ਚੀਜ਼ਾਂ ਇੰਨੀਆਂ ਜ਼ਿਆਦਾ ਡਿਫਿਕਲਟ ਵੀ ਨਹੀਂ ਗਈਆਂ। ਪਰ ਭਾਜੀ ਇਹ ਤਾਂ ਮੈਨੂੰ ਲੱਗਦਾ ਇੱਕ ਬੜਾ ਹੀ ਪ੍ਰਿਵਿਲੇਜਡ ਪੁਆਇੰਟ ਆਫ ਵਿਊ ਹੈ ਵੀ ਆਂਦੇ ਹੀ ਨੌਕਰੀ ਨਹੀਂ ਮਿਲਦੀ, ਇਟਸ ਓਕੇ। ਪਰ ਸਾਰਿਆਂ ਦੇ ਹਾਲਾਤ ਮੁਸ਼ਕਿਲ ਹੁੰਦੇ ਨੇ, ਕਈ ਬਹੁਤ ਕਰਜ਼ੇ ਲੈ ਕੇ ਵੀ ਆਏ ਹੁੰਦੇ ਨੇ, ਉਹਨਾਂ ਲਈ ਤਾਂ ਮਜਬੂਰੀ ਹੁੰਦੀ ਹੈ ਕਿ ਜਲਦੀ ਜੌਬ ਮਿਲੇ, ਅਸੀਂ ਆਪਣੇ ਬਿਲਸ ਪੇ ਕਰ ਸਕੀਏ, ਫੀਸ ਭਰ ਸਕੀਏ, ਜਿਹੜਾ ਕਰਜ਼ਾ ਲਿਆ ਉਹ ਵਾਪਸ ਕਰ ਸਕੀਏ। ਸੋ ਸਾਰਿਆਂ ਦੇ ਹਾਲਾਤ ਵੀ ਇੱਕੋ ਜਿਹੇ ਨਹੀਂ ਹੁੰਦੇ। ਭਾਜੀ ਮੈਨੂੰ ਇੱਦਾਂ ਲੱਗਦਾ ਕਿ ਇੱਥੇ ਬਹੁਤ ਇੱਕ ਵੱਡਾ ਜਿਹੜਾ ਜਿਹਨੂੰ ਮੈਂ ਕਹਿੰਦਾ ਨਾ ਕਿ ਘੱਲੂ ਘਰ ਆ ਜਿਹੜਾ ਚੱਲ ਰਿਹਾ, ਉਹ ਚੱਲ ਰਿਹਾ ਵੀ ਜਿਹੜੇ ਇੰਡੀਆ ਦੇ ਵਿੱਚ ਏਜੰਟ ਬੈਠੇ ਹਨ, ਮਤਲਬ ਜਿਹੜੇ ਅਮਰੀਕਾ ਦੇ ਵਿੱਚ RCIC ਜਿਹੜੇ ਏਜੰਟ ਹੈ, ਉਹਨਾਂ ਦੇ ਵਿੱਚ ਔਰ ਇੰਡੀਆ ਦੇ ਏਜੰਟਾਂ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਔਰ ਇੰਡੀਆ ਦੇ ਵਿੱਚ ਕਿਉਂਕਿ ਫਾਈਲ ਤੁਹਾਡੀ ਇੱਥੇ ਪ੍ਰੈਜ਼ੈਂਟ ਹੁੰਦੀ ਹੈ, RCIC ਦੇ ਜਿਹੜੇ ਤੁਸੀਂ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਜਿਹੜੇ ਹੁੰਦੇ ਆ, ਇੰਡੀਆ ਦੇ ਵਿੱਚ ਏਜੰਟ ਇੰਨੇ ਕੁ ਬਣ ਗਏ ਨੇ, ਰੈਗੂਲੇਸ਼ਨ ਕੋਈ ਹੈ ਨਹੀਂ, ਉਹ ਪਤਾ ਨਹੀਂ ਕੀ ਫਾਲਸ ਪ੍ਰੋਮਿਸ ਕਰਕੇ ਬੱਚਿਆਂ ਨੂੰ ਭੇਜੀ ਜਾਂਦੇ ਆ। ਚਲੋ ਕਿਸੇ ਨੇ ਜ਼ਮੀਨ ਵੀ ਗਹਿਣੇ, ਮੈਂ ਵੀ ਪੰਜਾਬ ਤੋਂ ਆਉਣਾ ਜੀ, ਗੁਰਦਾਸਪੁਰ ਮੇਰਾ ਪਿੰਡ ਤਾਰਾਗੜ੍ਹ, ਅਤੇ ਮੈਨੂੰ ਪਤਾ ਹੈ ਵੀ ਲੋਕਾਂ 'ਚ ਕਿੰਨਾ ਚਾਹ ਹੈਗਾ ਕੈਨੇਡਾ ਆਉਣ ਦਾ, ਪਰ ਕੋਈ ਜ਼ਮੀਨ ਗਹਿਣੇ ਰੱਖ ਕੇ ਵੀ ਆ ਰਿਹਾ, ਮੈਨੂੰ ਲੱਗਦਾ ਮਜਬੂਰੀ ਹੈ। ਪਰ ਮੈਨੂੰ ਲੱਗਦਾ ਥੋੜ੍ਹਾ ਜਿਹਾ ਇੱਕ ਬਫਰ ਰੱਖ ਕੇ ਆਉਣਾ ਚਾਹੀਦਾ ਜਦ ਤੁਸੀਂ ਆਉਂਦੇ ਹੋ, ਅਤੇ ਇਹ ਨਾ ਸੋਚੋ ਵੀ 15 ਦਿਨ ਦੇ ਅੰਦਰ ਐਵਰੀਥਿੰਗ ਵਿਲ ਬੀ ਸੈੱਟ। ਤੁਸੀਂ ਐਟਲੀਸਟ ਜਿੱਥੇ ਚਲੋ ਉਹ ਇੱਕ ਬੜਾ ਹੀ ਮੈਨੂੰ ਲੱਗਦਾ ਇੱਕ ਅਲੱਗ ਹੀ ਟੌਪਿਕ ਹੋ ਗਿਆ ਜਿਹੜਾ ਏਜੰਟਸ ਉਹ ਕਰ ਰਹੇ। ਪਰ ਗੱਲ ਇਸ ਵੇਲੇ ਜਿਹੜੇ ਬੱਚੇ ਆ ਚੁੱਕੇ ਨੇ, ਜਿਹੜੇ ਸਟੂਡੈਂਟਸ ਖਾਸ ਕਰਕੇ, ਉਹਨਾਂ ਦੇ ਹਾਲਾਤ ਜਿਹੜੇ ਮਾੜੇ, ਜਿਹੜੀ ਤੁਹਾਡੀ ਵੀਡੀਓ ਵੀ ਸੀਗੀ, ਕਿਉਂਕਿ ਤੁਸੀਂ ਕਹਿ ਰਹੇ ਸੀ ਕਿ ਮੈਂ ਬੱਚਿਆਂ ਨੂੰ ਜੌਬਸ ਦਵਾਈਆਂ ਹੈਗੀਆਂ ਨੇ ਪਰ ਉਹ ਫੇਲ ਨੇ, ਉਹ ਕੰਮ ਕਰਕੇ ਰਾਜੀ ਨਹੀਂ ਹੈ। ਭਾਜੀ ਮੈਂ ਦੇਖੋ ਮੈਂ ਕੋਲੋਂ ਨਾ ਕਰਨ ਕਰਾਵਨ ਆਪਿਆ ਮਾਨਸ ਕੇ ਕਿਛ ਨਾ ਹੀ ਯਾਦ, ਪਰ ਉਹ ਚਲੋ ਆਪਾਂ ਇੱਕ ਕੰਪਨੀ, ਮੈਂ ਰੈਡ FM 'ਚ ਵੈਨਕੂਵਰ ਕੰਮ ਕਰਦਾ, ਅਤੇ ਲਿੰਕ ਹੁੰਦੇ ਆ, ਦੁਨੀਆ ਜਾਣਦੀ ਹੈ, ਆਪਾਂ ਬੜੇ ਬੱਚਿਆਂ ਨੂੰ ਰੈਫਰ ਕਰਦੇ ਹਾਂ, ਕਿਉਂਕਿ ਬੜੇ ਸਾਰੇ ਜਿਹੜੇ ਬਿਜ਼ਨਸਮੈਨ ਹੈ ਸਾਡੇ ਨਾਲ ਐਡਵਰਟਾਈਜ਼ ਕਰਦੇ ਆ, ਅਤੇ ਆਪਾਂ ਕਹਿੰਦੇ ਕਿ ਇੱਦਾਂ ਤੁਸੀਂ ਚਲੋ ਜੀ ਰੈਫਰ ਕਰ ਦਿੰਦੇ ਆ, ਉਹਦੇ 'ਚ ਸਾਡਾ ਕੀ ਜਾਂਦਾ। ਪਰ ਤੁਸੀਂ ਯਕੀਨ ਜਾਣਨਾ ਵੀ 3 ਤਾਂ ਖੈਰ ਮੈਂ ਵੀਡੀਓ 'ਚ 3 ਕਹੇ ਸੀ, ਮੈਂ ਸਗੋਂ ਜ਼ਿਆਦਾ ਬੱਚਿਆਂ ਨੂੰ ਹੀ ਕਿਹਾ, ਅਤੇ ਬੜੇ ਸਾਰੇ ਬੱਚੇ ਵਾਪਸੀ ਆ ਗਏ, ਕਹਿੰਦੇ ਭਾਜੀ ਇਹ ਤਾਂ ਬਹੁਤ ਜ਼ਿਆਦਾ ਮਿਹਨਤ ਹੈ, ਇੰਨੀ ਮਿਹਨਤ ਆ, ਹੱਡ ਭੰਨਵੀਂ ਮਿਹਨਤ ਆਪਾਂ ਕਦੀ ਕੀਤੀ ਨਹੀਂ, ਅਤੇ ਸਾਨੂੰ ਥੋੜ੍ਹਾ ਜਿਹਾ ਤੁਸੀਂ ਐਡਮਿਨਿਸਟ੍ਰੇਸ਼ਨ ਵਾਲੀ ਜੋਬ ਦਿਵਾਓ। ਹੁਣ ਤੁਸੀਂ ਮੈਨੂੰ ਦੱਸੋ, ਅੱਜ ਤੁਸੀਂ ਵੀ ਕਿਸੇ ਕੰਪਨੀ ਤੁਸੀਂ ਜੁਆਇਨ ਕਰਦੇ ਹੋ, ਤੁਸੀਂ ਸਿੱਧਾ ਇੱਕ ਲੈਵਲ 'ਤੇ ਨਹੀਂ ਆ ਸਕਦੇ ਨਾ, ਤੁਸੀਂ ਹੌਲੀ ਹੌਲੀ ਪ੍ਰੋਗਰੈਸ ਕਰਕੇ ਆਉਂਦੇ। ਬਿਲਕੁਲ ਸਹੀ ਗੱਲ ਹੈ ਨਾ, ਤੁਸੀਂ ਵੀ ਕੋਈ ਤੁਸੀਂ ਜਿਵੇਂ ਕਹਿ ਰਹੇ 3 ਬੱਚੇ 5 ਬੱਚੇ ਜਾਂ ਚਲੋ ਉਸ ਤੋਂ ਵੱਧ ਵੀ, ਪਰ ਤੁਹਾਨੂੰ ਲੱਗਦਾ ਤੁਸੀਂ ਸਾਰਿਆਂ ਨੂੰ ਹੀ ਐਂ ਕਹਿਤਾ ਇਟ ਇਜ਼ ਵੈਰੀ ਇਨਸੈਂਸਿਟਿਵ। ਜਿਹੜਾ ਵਿਚਾਰਾ ਸਟਰਗਲ ਕਰ ਰਿਹਾ ਉਹ ਦੇਖੂਗਾ ਕਿ ਯਾਰ ਇਹ ਐਂ ਕਹੀ ਜਾਂਦੇ ਅਸੀਂ ਤਾਂ ਮਿਹਨਤ ਕਰਨ ਨੂੰ ਤਿਆਰ ਆ ਪਰ ਸਾਨੂੰ ਤਾਂ ਮੌਕਾ ਹੀ ਨਹੀਂ ਮਿਲ ਰਿਹਾ। ਸੋ ਯੂ ਡੋਂਟ ਯੂ ਥਿੰਕ ਇਹ ਇਨਸੈਂਸਿਟਿਵ ਸੀਗਾ, ਤੁਸੀਂ ਸਾਰਿਆਂ ਨੂੰ ਐਵੇਂ ਇੱਕ ਵਾਰ 'ਚ ਹੀ ਰਗੜਤਾ? ਭਾਜੀ ਨਹੀਂ, ਇਟ ਵਾਸ ਨਾਟ ਐਟ ਆਲ ਇਨਸੈਂਸਿਟਿਵ। ਆਪਾਂ ਸੱਚ ਬੋਲਦੇ ਹਾਂ। ਦੇਖੋ ਤੁਸੀਂ ਕੁਝ ਵੀ ਬੋਲੋਗੇ ਤੁਹਾਨੂੰ ਸਾਰਿਆਂ ਨੇ ਪਸੰਦ ਤਾਂ ਨਹੀਂ ਕਰਨਾ, ਹੈ ਨਾ। ਮੈਂ ਤਾਂ ਵੀਡੀਓ ਬਣਾਈ, ਮੈਂ ਤਾਂ ਉਹ ਬਣਾਈ ਕਿ ਮੇਰਾ ਇੱਕ ਸੀਗਾ ਕਿ ਮੈਂ ਅੱਜ ਭਾਜੀ ਤੁਹਾਡੀ ਗਾਰੰਟੀ ਕੌਣ ਚੱਕਦਾ, ਗੱਲ ਨੂੰ ਸਮਝੋ। ਜਦ ਕੋਈ ਤੁਹਾਨੂੰ ਰੈਫਰ ਕਰਦਾ ਹੈ ਨਾ, ਉਹ ਰੈਫਰੈਂਸ ਦਾ ਮਤਲਬ ਹੁੰਦਾ ਕਿ ਭਰਾਵਾ ਇਹ ਕੋਈ ਬੰਦਾ ਉੱਚੀ ਨੀਵੀਂ ਗੱਲ ਕਰਦਾ ਤਾਂ ਜ਼ਿੰਮੇਦਾਰ ਮੈਂ ਬੈਠਾ। ਬਿਲਕੁਲ ਇੰਪਲੋਇਰ ਨੂੰ ਵੀ ਤੁਸੀਂ ਇੰਪਲੋਏ ਦੀ ਗਾਰੰਟੀ ਚੱਕਦੇ ਹੋ, ਤੇ ਇੰਪਲੋਏ ਨੂੰ ਵੀ ਤੁਸੀਂ ਇੰਪਲੋਇਰ ਦੀ ਗਾਰੰਟੀ ਚੱਕਦੇ ਹੋ। ਕੱਲ੍ਹ ਨੂੰ ਕੋਈ ਊਚ ਨੀਚ ਹੋ ਜੇ, ਫਿਰ ਮੁੜ ਕੇ ਇੰਪਲੋਇਰ ਸਾਨੂੰ ਲਾਮਾ ਦਿੰਦਾ ਕਿ ਭਾਈ ਸਾਹਿਬ ਤੁਹਾਡੇ ਕਹਿਣ 'ਤੇ ਤਾਂ ਅਸੀਂ ਚਲੋ ਪਰਵਾਹ ਨਹੀਂ ਕੀਤੀ। ਉਹ ਡਿਫਰੈਂਟ ਮੈਟਰ ਹੈ, ਤਨਖਾਹ ਵੱਧ ਹੈ ਘੱਟ ਹੈ, ਪਰ ਮੈਨੂੰ ਲੱਗਦਾ ਕਿ ਐਟੀਟਿਊਡ ਹੋਣਾ ਚਾਹੀਦਾ। ਔਰ ਮੈਂ ਭਾਜੀ ਆਪ ਮੈਂ ਇੱਕ ਕਾਮਾ ਹੈਗਾ, ਮੈਂ ਤਾਂ ਆਪਣੇ ਆਪ ਨੂੰ ਕਾਮਾ ਕਹਿਣਾ, ਔਰ ਮੈਂ ਤਾਂ ਇਹਦੇ ਨਾਲ ਆਪਣਾ ਮੈਂ ਇੱਕ ਸਟੂਡੈਂਟ ਨਾਲ ਮੈਂ ਕਿਉਂ ਇੱਦਾਂ ਕਰਾਂਗਾ। ਮੈਂ ਤਾਂ ਇੱਕ ਸਟੈਂਡਅਪ ਕਮੇਡੀਅਨ ਹੈ, ਮੇਰੀ ਤਾਂ ਆਡੀਅנס ਹੀ ਸਟੂਡੈਂਟ ਹੈ, ਅਤੇ ਐਸਾ ਕੋਈ ਚੱਕਰ ਨਹੀਂ ਹੈ, ਇਕੱਲੇ ਸਟੂਡੈਂਟ ਦੀ ਗੱਲ ਨਹੀਂ ਹੈ। ਮੈਨੂੰ ਇੱਦਾਂ ਲੱਗਦਾ ਥੋੜ੍ਹਾ ਜਿਹਾ ਜਿਹੜਾ ਹੈ ਨਾ ਸੰਯਮ ਰੱਖਣਾ ਚਾਹੀਦਾ ਕਿ ਹਾਂ ਵੀ ਪਹਿਲੇ ਆਓ, ਦੇਖੋ ਜੌਬ ਨੂੰ ਸਮਝੋ, ਉਸ ਤੋਂ ਬਾਅਦ ਆਪਣੇ ਆਪ ਹੌਲੀ ਹੌਲੀ ਤਰੀਕੇ ਨਾਲ ਨਿਕਲਣਾ। ਉਹ ਨਹੀਂ, ਦੁਬਾਰਾ ਉਹੀ ਗੱਲ ਕਹਿਣਾ ਚਾਹੁੰਦਾ ਕਿ ਹਰ ਕਿਸੇ ਕੋਲੇ ਆਪਸ਼ਨ ਹੁੰਦੀ ਨਹੀਂ ਹਮੇਸ਼ਾ ਨਾ। ਮੈਂ ਕਿਉਂਕਿ ਉਹਨਾਂ ਨੂੰ ਜਾਣਦਾ ਜਿਹੜੇ ਬੜੇ ਮੁਸ਼ਕਿਲ ਆਉਂਦੇ ਨੇ, ਉਹਨੂੰ ਪਤਾ ਹੈ ਕਿ ਸਾਨੂੰ ਜੇ GIC ਮੁੱਕ ਗਈ ਫਿਰ ਤਾਂ ਰੋਟੀ ਖਾਣ ਨੂੰ ਵੀ ਔਖੇ ਹੋ ਜਾਣਗੇ। ਸੋ ਹਰ ਕਿਸੇ ਕੋਲੇ ਆਪਸ਼ਨ ਹੀ ਨਹੀਂ ਹੁੰਦੀ ਕਿ ਉਹ ਆ ਕੇ ਕਿ ਦੇਖੇ, ਹਰ ਕਿਸੇ ਦੇ ਹਾਲਾਤ ਅਲੱਗ ਹੁੰਦੇ ਨੇ। ਭਾਜੀ ਦੇਖੋ ਕੋਈ ਵੀ ਚੀਜ਼ ਹੈਗੀ ਅੱਜ ਤੁਹਾਡੀ ਲਾਈਫ ਦੇ ਵਿੱਚ ਪੋਜੀਸ਼ਨ ਵੱਖਰੀ ਹੈ, ਮੇਰੀ ਵੱਖਰੀ ਹੈ, ਸਾਡੇ ਨਾਲ ਕੋਈ ਹੋਰ ਬੈਠਾ ਦੀ ਵੱਖਰੀ ਹੈ। ਕੋਈ ਵੀ ਜਿਹੜੀ ਸਟੇਟਮੈਂਟ ਹੈ ਜਾਂ ਕੋਈ ਵੀ ਜਿਹੜੀ ਗੱਲ ਆ, ਆਪਾਂ ਇਹ ਨਹੀਂ ਕਿ ਸਾਰਿਆਂ ਨੂੰ ਅਸੀਂ ਮਾੜਾ ਕਹਿਣ ਵਾਲੇ ਹੁੰਦੇ ਕੋ ਨਾ। ਪਰ ਮੇਰਾ ਇੱਕੋ ਹੀ ਮੈਂ ਗੱਲ ਕਹਿਣਾ ਕਿ ਜਦ ਤੁਸੀਂ ਆਉਂਦੇ ਹੋ, ਅੱਜ ਤੁਹਾਡਾ ਇੰਪਲੋਇਰ ਕੋਈ
ਵੱਡਾ ਸਿਆਣਾ ਬਾਬਾ ਹੈਗਾ, ਕੋਈ ਬਜ਼ੁਰਗ ਹੈ, ਤੁਸੀਂ ਪਹਿਲੇ ਤਾਂ ਉਹਨਾਂ ਨਾਲ ਇੱਕ ਜਿਵੇਂ ਆਪਣੇ ਦਾਦਾ ਜੀ ਮੰਮੀ ਪਾਪਾ ਨਾਲ ਗੱਲ ਕਰਦੇ ਹੋ, ਥੋੜਾ ਜਿਹਾ ਪਹਿਲੇ ਵਿਵਹਾਰ ਦੇ ਵਿੱਚ ਵੀ ਹਲੀਮੀ ਹੋਣੀ ਚਾਹੀਦੀ ਹੈ, ਸਾਰਿਆਂ ਨੂੰ ਇੱਜ਼ਤ ਦਿਓ, ਠੀਕ ਹੈ ਨਾ। ਉਸ ਤੋਂ ਬਾਅਦ ਪਹਿਲੇ ਆਪਣਾ ਵਿਵਹਾਰ ਦੇ ਥਰੂ ਆਪਣੀ ਜਗ੍ਹਾ ਬਣਾਓ, ਉਸ ਤੋਂ ਬਾਅਦ ਤੁਹਾਨੂੰ ਗ੍ਰੈਜੂਅਲੀ ਤਰੱਕੀ ਹੈ ਨਾ ਜਿਹੜੀ ਭਾਜੀ, ਦੈਟ ਇਜ਼ ਇਨਐਵਿਟੇਬਲ, ਉਹ ਤੁਹਾਡੀ ਹੋਣੀ। ਜੇ ਤੁਸੀਂ ਸੱਚੇ ਕਹਿੰਦੇ ਨਾ ਨਿਸ਼ਠਾ ਨਾਲ ਕੰਮ ਕਰਦੇ ਹੋ, ਪ੍ਰੋਪਰ ਤੁਸੀਂ ਤਰੀਕੇ ਨਾਲ, ਜੇ ਤੁਹਾਡੀ ਇੰਟੈਗ੍ਰਿਟੀ ਹੈਗੀ ਹੈ, ਠੀਕ ਹੈ। ਸਟਾਰਟਿੰਗ ਦੇ ਵਿੱਚ ਹਾਰਡਸ਼ਿਪਸ ਹੁੰਦੀ ਹੈ। ਮੈਨੂੰ ਤੁਸੀਂ ਇੱਕ ਗੱਲ ਦੱਸੋ, ਜੋ ਮਰਜ਼ੀ ਹੈ, ਦਿੱਕਤ ਹੈ, ਪਰੇਸ਼ਾਨੀ ਹੈ, ਅੱਜ ਜਿਹੜਾ 18 ਸਾਲ ਦਾ ਬੱਚਾ ਜਿਹੜਾ ਇੱਥੇ ਪੜ੍ਹਨ ਆਉਂਦਾ, ਜਾਂ 19 ਸਾਲ ਦਾ ਬੱਚਾ ਜਿਹੜਾ ਇੱਥੇ ਪੜ੍ਹਨ ਆਉਂਦਾ, ਜਾਂ ਹੋਰ ਕੋਈ ਵੀ ਜਿਹੜਾ ਅੱਜ ਕੱਲ੍ਹ ਤਾਂ ਜਿਹੜੇ 35-40 ਸਾਲ ਦੇ ਲੋਕੀ ਵੀ ਆ ਰਹੇ ਆ, ਅੱਜ ਸਪੋਜ਼ ਤੁਸੀਂ ਇਹਨੂੰ ਉਲਟਾ ਕਰ ਲਓ, ਤੁਸੀਂ ਇੱਧਰੋਂ ਇੰਡੀਆ ਤੋਂ ਕੈਨੇਡਾ ਤੋਂ ਕੋਈ ਇੰਡੀਆ ਜਾਂਦਾ, ਸਪੋਜ਼ ਇੱਦਾਂ ਹੁੰਦਾ ਨਹੀਂ ਹੈ, ਸਪੋਜ਼ ਕੋਈ ਇੱਥੇ ਦਾ ਗੋਰਾ ਜਿਹੜਾ ਹੈਗਾ ਉਹ ਸਿੱਧਾ ਇੰਡੀਆ ਜਾਂਦਾ ਤਾਂ ਕਹਿੰਦਾ ਚਲੋ ਮੈਂ ਜੌਬ ਕਰਨੀ ਹੈ ਅਤੇ ਮੈਂ ਉੱਥੇ ਕੰਮ ਕਰਨਾ, ਤਾਂ ਉਹਨੂੰ ਲੱਗਦਾ ਹੁੰਦੇ ਜਾਂਦੇ ਸਾਰੀ ਉਹਨੂੰ ਕੋਈ ਮੈਨੇਜਰ ਬਣਾ ਦੇਗਾ ਜਾਂ SP ਭਰਤੀ ਕਰ ਦੇਗਾ, ਉਹਨੂੰ ਕੋਈ ਪੁੱਛੇਗਾ। ਮੈਂ ਤੁਹਾਡੀ ਗੱਲ ਸਮਝ ਗਿਆ ਕਿ ਛੋਟੀ ਪੋਸਟ ਤੋਂ ਸ਼ੁਰੂ ਕਰਨਾ ਪੈਂਦਾ, ਤੇ ਤੁਸੀਂ ਇਹ ਕਹਿ ਰਹੇ ਕਿ ਤੁਹਾਡੇ ਐਕਸਪੀਰੀਅੰਸ ਜਿਹੜੇ ਉਹ 4-5 ਸੀਗੇ, ਉਹਨਾਂ ਨੇ ਇਸ ਤਰ੍ਹਾਂ ਨਹੀਂ ਕੀਤਾ, ਉਹਨਾਂ ਦਾ ਐਟੀਟਿਊਡ ਸਹੀ ਨਹੀਂ ਸੀਗਾ। ਮੈਂ ਤੁਹਾਡੀ ਇਹ ਪੁਆਇੰਟ ਮੈਂ ਬਿਲਕੁਲ ਸਮਝ ਗਿਆ। ਮੈਂ ਕਹਿ ਰਿਹਾ ਕਿ ਕਈ ਵਾਰੀ ਦੁੱਖ ਲੱਗਦਾ। ਹਾਂਜੀ ਬੋਲੋ। ਮੈਨੂੰ ਇਹ ਲੱਗ ਰਿਹਾ ਕਿ ਤੁਹਾਡੇ ਨਾਲ ਜੋ ਹੋਇਆ ਇਹ 4-5 ਨਾਲ, ਤੁਸੀਂ ਉਹਦਾ ਗਿਲਾ ਜਿਹਾ ਕੱਢਿਆ ਇਸ ਵੀਡੀਓ 'ਚ ਵੀ, ਐਵੇਂ ਕਰਦੇ ਨੇ ਬੱਚੇ, ਮੈਨੂੰ ਲੱਗਦਾ ਤੁਸੀਂ ਤਾਂ ਕਰਕੇ ਗੁੱਸੇ 'ਚ ਕਹਿ ਗਏ ਹੋ ਸਾਰਾ ਕੁਝ। ਨਹੀਂ ਭਾਜੀ, ਇਟ ਵਾਸ ਨਾਟ ਅ ਗੁੱਸਾ। ਮੈਂ 22 ਸਾਲ ਦਾ ਨਹੀਂ ਆ, ਮੈਂ 35-40 ਸਾਲ ਦੀ ਏਜ ਦੇ ਬ੍ਰੈਕਟ ਦੇ ਵਿੱਚ ਹੈਗਾ। ਮੈਂ ਗੁੱਸਾ ਇੱਦਾਂ ਨਹੀਂ ਕੋਈ ਮੈਂ ਗੱਲ ਕਹਿ ਦਿਆਂਗਾ। ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਸਾਡੇ ਮੇਰੇ ਜਿਸ ਏਜ ਦੇ ਬੱਚੇ ਆ ਰਹੇ ਨੇ, ਉਹ ਮੇਰੇ ਭਤੀਜੇ ਆਲਮੋਸਟ ਇਸ ਏਜ ਦੇ ਨੇ, ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਥੋੜ੍ਹਾ ਜਿਹਾ ਸਬਰ ਰੱਖੋ। ਸਾਡੀ ਜਿਹੜੇ ਪੰਜਾਬ ਇੰਡੀਆ ਤੋਂ, ਦਿੱਲੀ ਤੋਂ, ਹੋਰ ਮੁੰਬਈ ਇੰਡੀਆ ਤੋਂ ਜਿਹੜੇ ਬੱਚੇ ਆ ਰਹੇ ਨੇ, ਮੈਂ ਉਹਨਾਂ ਸਾਰਿਆਂ ਨੂੰ ਗੱਲ ਕਹਿਣਾ ਚਾਹੁੰਦਾ, ਤੁਸੀਂ ਪੂਰੇ ਵਰਲਡ ਦੇ ਬੱਚਿਆਂ ਨਾਲੋਂ ਜ਼ਿਆਦਾ ਹੁਸ਼ਿਆਰ ਹੋ। ਤੁਸੀਂ ਇਸ ਗੱਲ ਨੂੰ ਮੰਨ ਕੇ ਚੱਲੋ ਵੀ ਬਹੁਤ ਔਖਾ ਕੰਮ ਹੈ। ਅਸੀਂ ਜਿਸ ਵੇਲੇ ਮੈਂ ਖਾਲਸਾ ਕਾਲਜ ਪੜ੍ਹਿਆ, ਅਸੀਂ ਜਿਸ ਵੇਲੇ ਖਾਲਸਾ ਕਾਲਜ ਪੜ੍ਹਦੇ ਹੁੰਦੇ ਸੀ, ਅਸੀਂ ਤਾਂ ਗੇੜੇ ਲਾਉਂਦੇ ਹੁੰਦੇ ਸੀ ਵਿਹਲੇ, ਘਰੋਂ 50 ਰੁਪਏ ਲੈਣੇ ਤੇ 20 ਦਾ ਪੈਟਰੋਲ ਪਵਾਉਣਾ। ਪਹਿਲੇ ਯਾਮਾ ਹੁੰਦੀ ਸੀ, ਫਿਰ ਬੁਲਟ ਹੁੰਦੀ ਸੀ, ਤੇ ਗੇੜੇ ਮਾਰਦੇ ਹੁੰਦੇ ਸੀ, ਤਾਂ ਕੰਮ ਹੀ ਕੋਈ ਨਹੀਂ ਕੀਤਾ। ਇਹ ਬੱਚਿਆਂ ਪਰ ਯਾਮਾ ਤੇ ਬੁਲਟ ਤੇ ਗੇੜੇ ਮਾਰਨ ਵਾਲਿਆਂ ਨੇ ਉਹਨਾਂ ਨੂੰ ਵੀ ਫਿਰ ਰਗੜਤਾ ਵੀ ਇੱਥੇ ਆ ਕੇ ਜਿਹੜੇ ਮਸਟੈਂਗ ਲੈ ਕੇ ਗੇੜੀਆਂ ਮਾਰਦੇ ਨੇ। ਭਾਜੀ ਮੇਰੀ ਗੱਲ ਸੁਣੋ, ਤੁਸੀਂ ਕਿਹੜੀ ਗੱਡੀ ਚਲਾਉਂਦੇ ਹੋ? ਨਹੀਂ ਚਲੋ ਭਾਜੀ, ਮੇਰੀ ਤਾਂ ਗੱਲ ਛੱਡ ਦਿਓ, ਆਪਾਂ ਤਾਂ ਸਟੂਡੈਂਟਸ ਦੀ ਗੱਲ ਕਰ ਰਹੇ ਹਾਂ। ਛੱਡਣੀ ਨਹੀਂ ਹੈ ਨਾ ਭਾਜੀ, ਇਹੀ ਤਾਂ ਗੱਲ ਹੈ। ਕਿਉਂਕਿ ਸਾਡੇ ਵਿੱਚ ਕੀ ਹੈ, ਹਰ ਬੰਦਾ ਨਾ ਆਪਣੇ ਆਪ ਨੂੰ ਸੇਵ ਰੱਖ ਕੇ ਚੱਲਣਾ ਚਾਹੁੰਦਾ, ਗੱਲ ਪੂਰੀ ਨਹੀਂ ਕਰਦੇ। ਤੁਸੀਂ ਮੈਨੂੰ ਦੱਸੋ, ਤੁਸੀਂ ਕਿਹੜੀ ਗੱਡੀ ਚਲਾਉਂਦੇ ਹੋ, ਕਿਹੜਾ ਮਾਡਲ ਚਲਾਉਂਦੇ ਹੋ? ਤੁਸੀਂ ਇੱਕ ਡੈਜ਼ਿਗਨੇਟਿਡ, ਅੱਜ ਤੁਸੀਂ ਮੇਰਾ ਇੰਟਰਵਿਊ ਕਰ ਰਹੇ ਹੋ, ਤੁਸੀਂ ਬਹੁਤ ਅੱਛੀ ਕੰਪਨੀ, ਇੱਕ ਵੈਲ ਰਿਪਿਊਟਡ ਕੰਪਨੀ ਰੈਡ FM ਇੱਧਰ ਦਾ ਸਭ ਤੋਂ ਵੱਡਾ ਰੇਡੀਓ ਸਟੇਸ਼ਨ ਹੈ ਜਿੱਥੇ ਤੁਸੀਂ ਰਿਪੋਰਟਰ ਹੋ। ਤੁਹਾਡੀ ਅੱਛੀ ਸੈਲਰੀ ਹੋਏਗੀ, ਤੁਹਾਡਾ ਅੱਛਾ ਰੁਤਬਾ ਹੈ, ਤੁਹਾਨੂੰ ਲੋਕੀ ਪਛਾਣਦੇ ਆ, ਮਿਲੀਅਨ ਆਫ ਵਿਊਜ਼ ਤੁਹਾਡੇ ਉਹਦੇ ਤੇ ਹੈਗੇ ਆ। ਉਸ ਤੋਂ ਬਾਵਜੂਦ ਮੈਨੂੰ ਤੁਸੀਂ ਇਹ ਦੱਸੋ, ਤੁਸੀਂ ਚਲਾਉਂਦੇ ਹੋ ਕੈਡੀਲੈਕ ਜਾਂ ਤੁਸੀਂ ਚਲਾਉਂਦੇ ਹੋ ਕਿਹੜੀ ਗੱਡੀ ਚਲਾਉਂਦੇ ਹੋ ਜਿਹੜੀ ਵਰਲਡ ਦੀ? ਬਟ ਦੈਟ ਕੈਨ ਬੀ ਅ ਪਰਸਨਲ ਚੋਇਸ। ਮੇਰੇ ਸ਼ਾਇਦ ਉਹ ਹਾਲਾਤ ਹੀ ਨਾ ਹੋਣ। ਮੈਂ ਐਕਚੁਅਲੀ ਸਿਰਫ 7 ਮਹੀਨੇ ਹੋਏ ਨੇ ਮੈਨੂੰ ਕੈਨੇਡਾ ਆਏ ਨੂੰ, ਤਾਂ ਹੀ ਤਾਂ ਮੈਂ ਕਹਿ ਰਿਹਾ ਤੁਸੀਂ ਮੇਰੇ ਨਾਲ ਕੰਪੈਰੀਜ਼ਨ ਉਹ ਸਟੂਡੈਂਟਸ ਦਾ ਕਰਕੇ ਗਲਤ ਕਰ ਰਹੇ ਹੋ। ਇਸ ਗੱਲ ਦਾ ਤੁਸੀਂ ਆਪ ਜਵਾਬ ਦੇਤਾ ਭਾਜੀ। ਤੁਸੀਂ ਨਹੀਂ ਦੱਸਣਾ ਚਾਹੁੰਦੇ ਤਾਂ ਮਤਲਬ ਤੁਸੀਂ ਇੱਕ ਸੈਂਸੀਬਲ ਤਰੀਕੇ ਨਾਲ, ਬੜੀ ਹਿਸਾਬ ਨਾਲ, ਹਾਲਾਤ ਗੱਲ ਵੱਖਰੀ ਹੈ। ਮੈਂ ਕਹਿਣਾ ਚਾਹੁੰਦਾ, ਸਿਆਣੇ ਕਹਿੰਦੇ ਜਿੰਨੀ ਚਾਦਰ ਹੋਏ ਉਨੇ ਪੈਰ ਪਸਾਰੋ। ਅੱਛਾ, ਇਹਦਾ ਮਤਲਬ ਇਹ ਵੀ ਨਹੀਂ ਕਿ ਭਾਜੀ ਮੇਰਾ ਫੇਰ ਉਹੀ ਸਵਾਲ ਹੈ, ਤੁਸੀਂ ਮਸਟੈਂਗ ਵਾਲੇ ਜਿਹੜੇ ਘੁੰਮ ਰਹੇ, ਤੁਸੀਂ ਕਿਹੜਾ ਉਹਨੂੰ ਜਾਣਦੇ ਹੋ? ਕੀ ਪਤਾ ਉਹਨੂੰ ਇੱਥੇ 5 ਸਾਲ ਹੋ ਗਏ ਹੋਣ, ਚਾਹੇ 3 ਸਾਲ ਹੋ ਗਏ ਹੋਣ, ਬਟ ਐਂਡ ਦੇ ਕੈਨ ਅਫੋਰਡ ਇਟ। ਮੇਰਾ ਤਾਂ ਇਹੀ ਸਵਾਲ ਹੈ, ਮਸਟੈਂਗ ਹਰ ਸਟੂਡੈਂਟ ਦੇ ਲਈ ਘੁੰਮਦਾ ਨਹੀਂ, ਬੱਸਾਂ ਭਰੀਆਂ ਪਈਆਂ ਨੇ ਸਟੂਡੈਂਟਸ ਦੇ ਨਾਲ। ਭਾਜੀ ਮੈਨੂੰ ਤਾਂ ਇੱਦਾਂ ਲੱਗਦਾ ਵੀ ਤੁਸੀਂ ਮਸਟੈਂਗ ਨੂੰ ਗੱਲ ਕਰਕੇ ਪਪੂਲੈਰਿਟੀ ਖਿੱਚ ਰਹੇ ਹੋ। ਗੱਲ ਮਸਟੈਂਗ ਦੀ ਸਮਝੋ ਨਾ, ਮੈਂ ਕੀ ਕਹਿਣਾ ਚਾਹ ਰਿਹਾ। ਭਾਜੀ ਤੁਹਾਡੀ ਵੀਡੀਓ ਸੀਗੀ ਯਾਰ, ਮੇਰੀ ਪਪੂਲੈਰਿਟੀ ਕਿੱਥੋਂ ਵਿੱਚ ਆ ਗਈ? ਭਾਜੀ ਮੈਂ ਤੁਹਾਨੂੰ ਇਹ ਕਹਿ ਰਿਹਾ, 5 ਸਾਲ ਬਾਅਦ ਤੁਸੀਂ ਮਸਟੈਂਗ ਕੀ ਜਹਾਜ਼ ਖਰੀਦੋ ਨਾ ਯਾਰ, ਮਨਾ ਕਿਹਨੇ ਕੀਤਾ? ਪਰ ਮੈਂ ਇਹੋ ਜਿਹੇ ਸਟੂਡੈਂਟ ਦੇਖਿਆ, 4 ਸਟੂਡੈਂਟਸ ਨੇ ਮਿਲ ਕੇ ਮਸਟੈਂਗ ਖਰੀਦੀ ਹੈ। ਇੱਕ ਵੀਕ ਇੱਕ ਮੁੰਡਾ ਚਲਾਉਂਦਾ ਹੈ, ਤੇ ਉਹਦੀ ਜਿਹੜੀ ਕਿਸ਼ਤ ਬਣੀ ਹੈ ਪਰ ਮੁੰਡਾ $250 ਜਾਂ $300 ਦਿੰਦਾ ਹੈ, ਔਰ 6 ਮਹੀਨੇ ਬਾਅਦ ਉਹਨਾਂ ਦਾ ਕ੍ਰੈਡਿਟ ਵੀ ਖਰਾਬ ਹੋ ਗਿਆ, ਉਹਨਾਂ ਦੀ ਹਿਸਟਰੀ ਵੀ ਖਰਾਬ ਹੋ ਗਈ। ਕੱਲ੍ਹ ਨੂੰ 4 ਸਾਲ ਬਾਅਦ ਜਦੋਂ ਮਕਾਨ ਲੈਣ ਜੋਗੇ ਵੀ ਹੋਣਗੇ ਤੇ ਉਹਨਾਂ ਨੂੰ ਮੌਰਗੇਜ ਨਹੀਂ ਹੋਣੀ ਉਹਨਾਂ ਦੀ ਛੇਤੀ। ਕੰਮ ਉਹ ਕਰੋ। ਇੱਥੇ ਲੱਖਾਂ ਸਟੂਡੈਂਟ ਆਉਂਦਾ ਹੈ, ਤੁਸੀਂ ਇੱਕ ਅੱਧੇ ਦਾ ਐਗਜ਼ਾਮਪਲ ਦੇ ਕੇ ਸਾਰਿਆਂ ਨੂੰ ਰਗੜਦੇ ਹੋ। ਮੈਂ ਬਾਰ-ਬਾਰ ਉਹ ਚੀਜ਼ ਕਹਿ ਰਿਹਾ, ਤੁਸੀਂ ਜਨਰਲਾਈਜ਼ ਜਿਹੜਾ ਕਰ ਦਿੰਦੇ ਹੋ, ਇਹ ਦੈਟ ਇਜ਼ ਦਾ ਇਸ਼ੂ। ਨਹੀਂ ਭਾਜੀ, ਜਨਰਲਾਈਜ਼ ਵਾਲੀ ਗੱਲ ਹੀ ਨਹੀਂ ਹੈ। ਅਸੀਂ ਉਹ ਸੁਣਦੇ ਹਾਂ ਜੋ ਅਸੀਂ ਸੁਣਨਾ ਚਾਹੁੰਦੇ ਹਾਂ। ਬੜੇ ਸਾਰੇ ਲੋਕੀ ਹੈ, ਤੁਸੀਂ ਕਿਹਾ ਕਿ ਰਗੜ ਦਿੱਤਾ ਜਾਂ ਜੋ ਵੀ ਹੈ, ਮੈਂ ਤਾਂ ਕੋਈ ਇਹੋ ਜਿਹਾ ਭਾਸ਼ਾ ਹੀ ਨਹੀਂ ਵਰਤੀ। ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਬੜੇ ਸਾਰੇ ਲੋਕ ਨੇ, ਅੱਜ ਕੋਈ ਵੀਡੀਓ ਵਾਇਰਲ ਹੁੰਦੀ ਹੈ ਜਾਂ ਤੁਸੀਂ ਕਹਿ ਰਹੇ ਹੋ ਕਿ ਚਲੋ ਬੜੇ ਲੋਕਾਂ ਨੇ ਦੇਖੀ, ਉਹ ਕਿਉਂ ਦੇਖੀ? ਜੇ ਗਲਤ ਸੀਗੀ ਤਾਂ ਕੋਈ ਤੁਸੀਂ ਤੁਹਾਨੂੰ ਗਲਤ ਵੀਡੀਓ ਆਉਂਦੀ ਨਹੀਂ ਭਾਜੀ, ਵੀਡੀਓ ਤੇ ਭਾਜੀ ਇਹ ਤਾਂ ਹਰ ਚੀਜ਼ ਹੀ ਬਹੁਤ ਚੱਲਦੀ ਹੈ। ਗੰਦੇ ਗਾਣੇ ਜ਼ਿਆਦਾ ਚੱਲਦੇ ਨੇ ਚੰਗਿਆਂ ਨਾਲੋਂ, ਪੌਨ ਇੰਨਾ ਚੱਲਦਾ, ਸੋ ਵਿਊਜ਼ ਦਾ ਤਾਂ ਕੋਈ ਲੌਜਿਕ ਹੀ ਨਹੀਂ ਹੈ ਇਹਦੇ 'ਚ। ਲੋਕਾਂ ਨੇ ਦੇਖੀ ਤਾਂ ਚੰਗੀ ਸੀ, ਤਾਂ ਕੋਈ ਲੌਜਿਕ ਹੀ ਨਹੀਂ ਅੱਜ ਕੱਲ੍ਹ। ਮੈਂ ਤਾਂ ਦੇਖੋ, ਚੰਗਾ ਹੈ ਮਾੜਾ ਹੈ, ਚੰਗਿਆਈ ਮਾੜੀ ਦੋਨੋਂ ਚੀਜ਼ਾਂ ਸਮਾਜ ਦੇ ਵਿੱਚ ਇਕੱਠੇ ਤੁਰਦੀਆਂ ਨੇ, ਤੇ ਮੈਂ ਤਾਂ
ਉਹ ਗੱਲ ਕਹੀ ਹੈ ਕਿ ਜਿਹੜੇ ਮੇਰੇ ਲਿੰਕ ਦੇ ਮੈਂ ਜਿਹੜੇ ਬੰਦਿਆਂ ਨੂੰ ਰੈਫਰ ਕੀਤਾ ਉਹ ਬੱਚੇ ਵਾਪਸੀ ਆ ਗਏ। ਫਿਰ ਉਸ ਤੋਂ ਬਾਅਦ ਸਮਝਾਇਆ ਵੀ, ਦੁਬਾਰਾ ਪ੍ਰੇਰਿਆ ਵੀ, ਉਹਨਾਂ ਨੂੰ ਤੋਰਿਆ ਵੀ, ਉਸ ਤੋਂ ਬਾਅਦ ਸੈੱਟ ਹੋ ਗਏ। ਤੇ ਮੈਂ ਕਹਿਣਾ ਚਾਹੁੰਦਾ ਵੀ ਮਿਹਨਤ ਤਾਂ ਹੈਗੀ ਆ, ਆਂਦੇ ਸਾਰ ਤੁਹਾਨੂੰ ਇੱਥੇ ਡਾਲਰ ਦਰਖਤ ਤੇ ਨਹੀਂ ਮਿਲਣਗੇ, ਮਿਹਨਤ ਤੁਹਾਨੂੰ ਕਰਨੀ ਪਣੀ ਹੈ। ਪਰ ਮਿਹਨਤ ਦੇ ਨਾਲ ਨਾਲ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ, ਮੈਂ ਪਹਿਲੇ ਵੀ ਕਿਹਾ ਸੀਗਾ ਤੁਹਾਨੂੰ ਵਿਵਹਾਰ ਦੇ ਵਿੱਚ ਹਲੀਮੀ ਲਿਆਣੀ ਬਹੁਤ ਜ਼ਰੂਰੀ ਹੈ। ਫੈਸ਼ਨ ਕਰੋ, ਪਾਰਟੀਆਂ ਕਰੋ, ਮੈਂ ਵੀ ਕਰਦਾ, ਆਈ ਪਾਰਟੀ ਅਲੋਟ, ਆਮ ਅ ਪਾਰਟੀ ਐਨੀਮਲ, ਦੈਟ ਡਜ਼ਨਟ ਮੀਨ ਜੇ ਸਿਆਣੀ ਬੰਦਾ ਗੱਲ ਕਰ ਲੇ ਐ ਮਤਲਬ ਨਹੀਂ ਕਿ ਤੁਸੀਂ ਪਾਰਟੀ ਨਹੀਂ ਕਰਦੇ ਵੀਕਐਂਡ 'ਤੇ ਜਾ ਕੇ, ਸਾਰੇ ਪਾਰਟੀ ਕਰਦੇ। ਇੱਥੇ ਅਸੀਂ ਵਧੀਆ ਜ਼ਿੰਦਗੀ ਵਾਸਤੇ ਆਏ ਹਾਂ, ਪਰ ਆਪਣੀ ਚਾਦਰ ਵੇਖ ਕੇ। ਮੈਂ ਇਹ ਕਹਿ ਰਿਹਾ ਮੇਰਾ ਹੋਰ ਕੋਈ ਨਹੀਂ ਹੈ, ਆਪਣੀ ਚਾਦਰ ਵੇਖ ਕੇ। ਇਹ ਵੀ ਤੁਹਾਡੀ ਗੱਲ ਠੀਕ ਹੈ ਵੀ ਤੁਸੀਂ ਕਹਿੰਦੇ ਸਾਰੀ ਪਾਰਟੀਆਂ ਕਰਦੇ, ਪਰ ਐਕਚੁਅਲੀ ਤੁਸੀਂ ਹਜੇ ਵੀ ਜੇ ਕਿਚੀਜੀ ਜਾਂ ਫੇਸਬੁੱਕ ਮਾਰਕੀਟ ਪਲੇਸ ਖੋਲੋਗੇ ਤੁਹਾਨੂੰ ਸਟੂਡੈਂਟ ਕੁੜੀਆਂ ਇਹੋ ਜਿਹੀਆਂ ਵੀ ਮਿਲਣਗੀਆਂ ਜਿਹੜੀਆਂ ਸਾਡੇ ਵਰਗੇ ਘਰਾਂ ਚੋਂ ਆਈਆਂ ਨੇ ਪੰਜਾਬ ਚੋਂ, ਲੇਕਿਨ ਵੀਕਐਂਡ ਤੇ ਤੁਹਾਡੇ ਘਰ ਦੀ ਸਫਾਈ ਕਰਨ ਵੀ ਆ ਜਾਣਗੀਆਂ ਤੇ $10 ਪਰ ਆਵਰ ਤੇ ਵੀ। ਇਹ ਵੀ ਸੱਚਾਈ ਹੈ ਜੀ। ਭਾਜੀ ਮੈਂ ਉਹਨਾਂ ਕੁੜੀਆਂ ਦੀ ਬਹੁਤ ਰਿਸਪੈਕਟ ਕਰਦਾ, ਉਹ ਮਿਹਨਤ ਕਰਦੀ ਹੈ। ਬਟ ਭਾਜੀ ਇਸੇ ਲਈ ਹੈ ਕਿ ਜੌਬ ਨਹੀਂ ਹੈ, ਨਹੀਂ ਤਾਂ ਉਹ ਕਿਉਂ ਕਰਨਗੇ? ਜੇ ਪ੍ਰੋਪਰ ਜੌਬ ਮਿਲਣ ਤਾਂ ਉਹ ਕਿਉਂ ਨਹੀਂ ਕਰਨਗੇ? ਭਾਜੀ ਮੈਂ ਜਦੋਂ ਇੱਥੇ ਆਇਆ ਸੀਗਾ, ਆਈ ਕਮ ਫਰਮ ਅ ਟਰੱਕਿੰਗ ਕੰਪਨੀ ਫੈਮਿਲੀ, ਮੇਰੇ ਉੱਥੇ ਇੰਡੀਆ ਸਾਡਾ ਵੱਡਾ ਵਪਾਰ ਸੀ। ਮੈਂ ਇੱਥੇ ਆ ਕੇ ਪਹਿਲੇ ਸੈਲਵੇਸ਼ਨ ਆਰਮੀ ਦੇ ਵਿੱਚ ਕਰੇਨ ਵੀ ਚਲਾਈ ਹੈ ਤੇ ਮੈਂ ਇੱਥੇ ਝਾੜੂ ਵੀ ਮਾਰਿਆ, ਮੈਂ ਸਾਰੇ ਕੰਮ ਕੀਤੇ ਹੈ। ਐਂਡ ਆਈ ਐਮ ਪ੍ਰਾਊਡ ਆਫ ਮਾਈ ਸੈਲਫ ਕਿ ਮੈਂ ਮਿਹਨਤ ਕੀਤੀ ਹੈ, ਧੱਕਾ ਨਹੀਂ ਕੀਤਾ, ਚੋਰੀ ਨਹੀਂ ਕੀਤੀ। ਔਰ ਮੈਂ ਵੀ ਨਹੀਂ ਕਹਿ ਰਿਹਾ ਕਿ ਚੋਰੀ ਸਟੂਡੈਂਟ ਕੋਈ ਨਹੀਂ ਕਰ ਰਿਹਾ, ਜਿਹੜਾ ਮਿਹਨਤ ਕਰ ਰਿਹਾ ਉਹਦਾ ਕੋਈ ਸਕਸੈਸ ਇਜ਼ ਇਨਐਵਿਟੇਬਲ। ਉਹ ਅੱਜ ਨਹੀਂ ਕੱਲ ਤੁਹਾਨੂੰ ਸਕਸੈਸ ਮਿਲੇਗਾ, ਥੋੜਾ ਜਿਹਾ ਹੌਸਲਾ ਰੱਖੋ। ਮੈਂ ਤਾਂ ਇਹ ਕਹਿਣਾ ਚਾਹੁੰਦਾ, ਮੈਂ ਕਦੀ ਮੈਂ ਨਹੀਂ ਕਿਹਾ ਕਿ ਭਾਜੀ ਇੱਕ ਤੁਸੀਂ ਦੱਸ ਰਹੇ ਸੀਗੇ ਕਿ ਐਮਾਜ਼ੋਨ 'ਚ ਬਹੁਤ ਜੌਬਸ ਨੇ, ਪਰ ਐਮਾਜ਼ੋਨ ਪਿਛਲੇ 1 ਸਾਲ ਵਿੱਚ 3 ਵਾਰ ਲੇ ਆਫ ਕਰਕੇ ਲਗਭਗ 27,000 ਲੋਕਾਂ ਨੂੰ ਨੌਕਰੀ 'ਚੋਂ ਕੱਢ ਚੁੱਕਾ ਹੈ। ਇੱਥੇ ਬਰੈਂਪਟਨ ਦੇ ਐਮਾਜ਼ੋਨ ਦਾ ਜਿਹੜਾ ਵੇਅਰ ਹਾਊਸ ਹੈ ਉੱਥੇ ਇੰਨੇ ਬੁਰੇ ਹਾਲ ਨੇ ਕਿ ਇੱਕ ਪੋਸਟ ਨਿਕਲੀ ਤੇ ਲਾਈਨਾਂ ਲੱਗ ਗਈਆਂ, ਪਰ ਤੁਸੀਂ ਕਹਿ ਰਹੇ ਨੌਕਰੀਆਂ ਬਹੁਤ ਹੈ। ਸੋ ਮੈਨੂੰ ਤਾਂ ਸਿਰਫ ਇਹ ਲੱਗਦਾ ਕਿ ਇਹ ਸੱਚਾਈ ਤੋਂ ਬਹੁਤ ਪਰੇ ਦੀ ਗੱਲ ਕੀਤੀ ਹੈ ਤੁਸੀਂ। ਭਾਜੀ ਤੁਸੀਂ ਐਮਾਜ਼ੋਨ ਕੱਲੇ ਤੁਸੀਂ ਬਰੈਂਪਟਨ ਦੀ ਗੱਲ ਹੀ ਕਰ ਰਹੇ ਹੋ, ਮੈਂ ਸਰੀ ਬੈਠਾ ਵੈਨਕੂਵਰ, ਠੀਕ ਹੈ। ਤੁਸੀਂ ਸਾਰੀ ਗੱਲ ਨੂੰ ਲਿਆ ਕੇ ਸਿਰਫ ਬਰੈਂਪਟਨ ਤੇ ਲੈਣ ਦੀ ਹੈ। ਸਾਡੇ ਇੱਥੇ ਲੌਬਲੋ ਕੰਪਨੀ ਹੈ, ਮੈਕਾਰਥਰ ਮਾਲ ਦੀ। ਮੈਂ ਅੱਜ ਵੀ ਤੁਸੀਂ ਜਾਓ ਇੱਧਰ ਏਅਰਪੋਰਟ, ਜੇ ਤੁਸੀਂ ਗੇੜਾ ਮਾਰੋ ਨਾ, ਏਅਰਪੋਰਟ ਦੇ ਕੋਲ ਮਾਲ ਹੈਗਾ, ਉੱਥੇ ਹਾਇਰਿੰਗ ਦੇ ਬੋਰਡ ਲੱਗੇ ਆ, ਉਹ ਕੋਈ ਝੂਠ ਥੋੜੀ ਹੈ। ਉੱਥੇ ਹਾਇਰਿੰਗ ਦੇ ਬੋਰਡ ਲੱਗੇ, ਅਗਲੇ ਹਾਇਰ ਕਰ ਹੀ ਰਹੇ ਨਾ। ਤੇ ਇੱਥੇ ਐਮਾਜ਼ੋਨ ਦੇ ਸਾਡੇ ਇੱਥੇ ਵੈਸਟਮਿੰਸਟਰ ਦੇ ਵਿੱਚ ਵੇਅਰ ਹਾਊਸ ਹੈ, ਹਜ਼ਾਰਾਂ ਦੀ ਤਾਦਾਦ ਤੇ। ਕਲੋਵਰਡੇਲ ਵੇਅਰ ਹਾਊਸ ਹੈ, ਹਜ਼ਾਰਾਂ ਦੀ ਤਾਦਾਦ ਤੇ। ਅਪ ਡਾਊਨ ਤਾਂ ਮੈਂ ਆਪਣੀ ਕੰਪਨੀ ਜਿੱਥੇ ਕੰਮ ਕੀਤਾ ਮੈਂ 3 ਵਾਰੀ ਮੈਨੂੰ ਕੱਢਤਾ ਸੀ ਉਹਨਾਂ ਨੇ। ਮੈਂ ਕਿਹਾ ਫਿਰ ਮੈਂ ਉਸ ਤੋਂ ਬਾਅਦ ਅਗਲੀ ਜੋਬ ਲੱਭੀ ਹੈ। ਤਾਂ ਚੱਲਦਾ ਰਹਿੰਦਾ, ਕੋਈ ਅਸੀਂ ਲਿਖਾ ਕੇ ਥੋੜ੍ਹੀ ਆਏ ਹਾਂ, ਜਿੱਥੇ ਕੰਮ ਕਰ ਰਿਹਾ ਕਰਦੇ ਰਹਾਂਗੇ। ਬਾਕੀ ਕਹਿਣ ਦਾ ਮਤਲਬ ਇਹ ਹੈਗਾ ਜੀ, ਕੰਮ ਕਰਨ ਵਾਲੇ ਬੰਦੇ ਨੂੰ ਕੋਈ ਘਾਟਾ ਨਹੀਂਗਾ। ਅੱਜ ਨਹੀਂ ਕੱਲ ਕੋਈ ਨਾ ਕੋਈ ਹੀਲਾ ਸੀਲਾ ਰੱਬ ਬਣਾ ਦਿੰਦਾ, ਉਹ ਬਣੂਗਾ। ਇਸ ਵੇਲੇ ਥੋੜ੍ਹਾ ਜਿਹਾ ਹਾਲਾਤ ਨਾਜ਼ੁਕ ਹੈ। ਹੁਣ ਜੇ ਆਪਾਂ ਕੈਨੇਡਾ ਨੂੰ ਹੀ ਭੰਡੀ ਜਾਈਏ ਕਿ ਕੈਨੇਡਾ ਮਾੜਾ ਹੈ ਜੀ, ਇੱਥੇ ਕੰਮ ਹੀ ਹੈ ਨਹੀਂ, ਇੰਡੀਆ ਕਿੰਨਾ ਕੁ ਕੰਮ ਹੈ, ਤੁਸੀਂ ਬੁਰਾ ਨਾ ਮਨਾਇਓ, ਮੈਨੂੰ ਇਹ ਦੱਸੋ। ਚਲੋ ਭਾਜੀ ਇਹ ਕੰਪੈਰੀਜ਼ਨ ਤਾਂ ਆਪਾਂ ਕੀਤਾ ਹੀ ਨਹੀਂ, ਆਪਾਂ ਸਿਰਫ ਜਿਹੜੇ ਇੱਥੇ ਨੇ ਉਹਨਾਂ ਦੇ ਹਾਲਾਤ ਦੀ ਗੱਲ ਸੀਗੀ। ਪਰ ਚਲੋ ਮੈਂ ਤੁਹਾਨੂੰ ਫਾਈਨਲੀ ਇੱਕ ਗੱਲ ਫੇਰ ਪੁੱਛ ਲੈਣਾ, ਜਿਵੇਂ ਤੁਸੀਂ ਬਾਰ-ਬਾਰ ਕਹਿੰਦੇ ਹੋ ਕੰਮ ਕਰਨ ਵਾਲੇ ਨੂੰ ਕੰਮ ਦੀ ਕਮੀ ਨਹੀਂ। ਤੁਸੀਂ ਸੋਚੋ ਜਿਹੜਾ ਬੱਚਾ ਰੋਜ਼ ਸਟਰਗਲ ਕਰ ਰਿਹਾ ਹੋਵੇ, ਉਹਨੂੰ ਕੰਮ ਨਾ ਮਿਲ ਰਿਹਾ ਹੋਵੇ, ਉਹ ਤੁਹਾਡੀਆਂ ਇਹ ਗੱਲਾਂ ਸੁਣ ਕੇ ਉਹਦਾ ਦਿਲ ਕਿੰਨਾ ਦੁਖਦਾ ਹੋਊਗਾ ਵੀ ਯਾਰ ਮੈਂ ਇਹੋ ਜਿਹਾ ਕੀ ਕਰਤਾ ਵੀ ਮੈਨੂੰ ਕੰਮ ਨਹੀਂ ਮਿਲ ਰਿਹਾ, ਕਿ ਮੇਰੇ 'ਚ ਹੀ ਕੋਈ ਕਮੀ ਹੈ। ਤਾਂ ਇਸੇ ਕਰਕੇ ਮੈਂ ਬਾਰ-ਬਾਰ ਕਹਿੰਦਾ ਕਿ ਸ਼ਾਇਦ ਤੁਸੀਂ ਬਿਨਾਂ ਚਾਹੇ ਵੀ ਬਹੁਤ ਇਨਸੈਂਸਿਟਿਵ ਗੱਲਾਂ ਕਰ ਰਹੇ ਹੋ ਇਸ ਵੇਲੇ। ਭਾਜੀ ਤੁਸੀਂ ਇਹ ਦੱਸੋ, ਤੁਸੀਂ ਇਕੱਲੇ ਸਟੂਡੈਂਟ ਦੀ ਗੱਲ ਕਰਦੇ ਹੋ, ਬਾਕੀ ਦੀ ਗੱਲ ਕਿਉਂ ਨਹੀਂ ਕਰਦੇ? ਕਿ ਤੁਸੀਂ ਸਾਰੀ ਅਟਰੈਕਸ਼ਨ ਲੈਣਾ ਚਾਹੁੰਦੇ ਹੋ ਸਟੂਡੈਂਟ? ਪਰ ਮੈਨੂੰ ਇਹ ਜ਼ਰੂਰ ਪਤਾ ਹੈ ਕਿ ਸਟੂਡੈਂਟਸ ਦਾ ਸਟਰਗਲ ਅਲੱਗ ਹੈ, ਜਿਨ੍ਹਾਂ ਨੇ ਫੀਸਾਂ ਵੀ ਕੱਢਣੀਆਂ ਨੇ। ਦੇਖੋ ਜੀ ਤੁਸੀਂ ਗੱਲ ਉਹ ਕਰ ਰਹੇ ਹੋ ਕਿ ਤੁਹਾਨੂੰ ਲੋਕੀ ਦੇਖਣ, ਮੈਂ ਗੱਲ ਉਹ ਨਹੀਂ ਕੀਤੀ ਕਿ ਮੈਨੂੰ ਲੋਕੀ ਦੇਖਣ, ਉਹਨਾਂ ਨੇ ਦੇਖੀ ਤਾਂ ਗੱਲ ਵੱਖਰੀ ਹੈ। ਭਾਜੀ ਫਿਰ ਮੈਨੂੰ ਦੱਸੋ, ਜੇ ਤੁਸੀਂ ਇਹ ਨਹੀਂ ਸੀ ਚਾਹੁੰਦੇ ਫਿਰ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਕਿਉਂ? ਜੇ ਤੁਸੀਂ ਇਹ ਨਹੀਂ ਚਾਹੁੰਦੇ ਲੋਕੀ ਤੁਹਾਨੂੰ ਦੇਖਣੇ, ਤਾਂ ਤੁਸੀਂ ਮੈਨੂੰ ਅਟੈਕ ਕਰਨ ਵਾਲੀ ਗੱਲ ਕਰੀ ਜਾ ਰਹੇ ਹੋ। ਮੈਂ ਤਾਂ ਕਰ ਰਿਹਾ ਵੀ ਲੋਕੀ ਮੈਨੂੰ ਦੇਖਣ, ਮੇਰਾ ਕੰਮ ਹੈ ਭਾਜੀ ਇਹ। ਨਹੀਂ ਤੁਹਾਡਾ ਕੰਮ ਹੈ, ਬਟ ਯੂ ਆਰ ਅ ਵੈਰੀ ਗੁੱਡ ਰਿਪੋਰਟਰ, ਬਟ ਯੂ ਆਰ ਡੂਇੰਗ ਅ ਫਿਨੋਮੀਨਲ ਜੌਬ, ਆਈ ਵੁੱਡ ਸੇ। You are creating the attraction, but that doesn't mean you need to malign, defame or sabotage the other people intention what they want to do. Just portray what it was. No, I don't agree ਕਿ ਸ਼ਾਇਦ ਤੁਹਾਡੀ ਇੰਟੈਂਸ਼ਨ ਨਹੀਂ ਹੈ, ਬਟ ਤੁਹਾਡੇ ਲਫ਼ਜ਼ ਜਿਹੜੇ ਨੇ ਉਹ ਇਨਸੈਂਸਿਟਿਵ ਨੇ। ਮੈਂ ਤਾਂ ਹਜੇ ਵੀ ਇਹ ਗੱਲ ਕਰ ਰਿਹਾ। ਦੇਖੋ ਤੁਸੀਂ ਗੱਲ ਨੂੰ ਐਦਾਂ ਘੁਮਾ ਰਹੇ ਹੋ ਕਿ ਗੱਲ ਦਾ ਜਿਹੜਾ ਤੱਥ ਉੱਪਰ ਹੀ ਨਹੀਂ ਆਣ ਦੇ ਰਹੇ। ਮੈਂ ਤੁਹਾਨੂੰ ਕਿਹੜੀ ਗੱਲ ਕਹਿਣਾ ਚਾਹੁੰਦਾ, ਮੈਂ ਕਹਿ ਰਿਹਾ ਜੀ ਮੈਂ ਤੁਹਾਡੀ ਗੱਲ ਸਮਝ, ਤੁਹਾਡੀ ਇੰਟੈਂਸ਼ਨ ਹੈ ਕਿ ਸਬਰ ਰੱਖਣ ਬੱਚੇ, ਸਭ ਠੀਕ ਹੋ ਜਾਏਗਾ, ਮਿਹਨਤ ਕਰਨ। ਤੁਸੀਂ ਰਿਪੀਟ ਕਰ ਰਹੇ ਹੋ ਬਾਰ-ਬਾਰ ਉਹ ਗੱਲ। ਤੁਸੀਂ ਮੈਨੂੰ ਕਹਿ ਰਹੇ ਹੋ, ਮੈਂ ਕਹਿ ਰਿਹਾ ਭਾਜੀ ਬਿਲਕੁਲ ਤੁਸੀਂ ਸਹੀ ਗੱਲ ਹੈ, ਔਖਾ ਟਾਈਮ ਆ। ਅੱਛਾ ਇੱਕ ਗੱਲ ਦੱਸੋ, ਮੈਂ ਕੀ ਕਹਿ ਰਿਹਾ ਔਰ ਤੁਸੀਂ ਕੀ ਕਹਿ ਰਹੇ? ਤੁਸੀਂ ਕਹਿ ਰਹੇ ਤੇ ਹੈ ਨਹੀਂ, ਤੇ ਤੁਹਾਡਾ ਤੱਥ ਕੀ ਨਿਕਲਿਆ, ਮੇਰਾ ਤੱਥ ਕੀ ਨਿਕਲਿਆ? ਮੇਰਾ ਤੱਥ ਨਿਕਲ ਰਿਹਾ ਕਿ ਪੇਸ਼ੈਂਸ ਰੱਖੋ, ਕੰਮ ਹੋ ਜਾਊਗਾ। ਤੁਹਾਡਾ ਤੱਥ ਇਹ ਹੈ ਕਿ ਬਹੁਤ ਦੁਖੀ ਹੈ ਤੇ ਵਾਪਸੀ ਚੱਲ ਜਾਓ। ਫਿਰ ਇਹਦਾ ਮਤਲਬ ਕੀ ਕਰੀਏ? ਵਾਟ ਯੂ ਵਾਂਟ ਟੂ ਪੋਰਟਰੇ? ਮੈਂ ਭਾਜੀ ਮੈਂ ਤਾਂ ਬਿਲਕੁਲ ਇਹੋ ਜਿਹੀ ਕੋਈ ਗੱਲ ਨਹੀਂ ਕੀਤੀ। ਮੈਂ ਸਿਰਫ ਇਹ ਕਿਹਾ ਹੈ ਕਿ ਸਾਨੂੰ ਥੋੜਾ ਸੈਂਸਿਟਿਵ ਹੋਣਾ ਚਾਹੀਦਾ ਹੈ ਕਿ ਆਪਾਂ ਜੇ ਬਾਰ-ਬਾਰ ਇਹ ਗੱਲਾਂ ਕਹੀਏ। ਆਈ ਐਮ ਟੈਲਿੰਗ ਯੂ ਵਾਟ ਆਈ ਐਮ ਟਰਾਈਂਗ ਟੂ ਸੇ, ਕਿ ਜਿਵੇਂ ਦੀ ਤੁਸੀਂ ਗੱਲਾਂ ਕਰ ਰਹੇ ਹੋ ਉਹਦੇ ਨਾਲ ਜਿਹੜਾ ਬੱਚਾ ਸਟਰਗਲ ਕਰ ਰਿਹਾ ਉਹਦੇ ਦਿਲ ਨੂੰ ਠੇਸ ਪਹੁੰਚਦੀ ਹੋਊਗੀ ਇਹ ਗੱਲਾਂ ਸੁਣ ਕੇ, ਵੀ ਜਿਹੜਾ ਜਦੋਂ ਬਾਰ-ਬਾਰ ਇਹ ਸੁਣ ਰਿਹਾ ਕਿ ਯਾਰ ਕੰਮ ਬਹੁਤ ਹੈ,
ਜੇ ਤੁਸੀਂ ਨਹੀਂ ਕਰ ਰਹੇ ਤਾਂ ਤੁਹਾਡੇ ਐਟੀਟਿਊਡਸ ਪ੍ਰੋਬਲਮ ਹੈ। ਦੈਟ ਇਜ਼ ਵਾਟ ਆਮ ਟ੍ਰਾਈਂਗ ਟੂ ਸੇ। ਤੇ ਤੁਹਾਡੀ ਗੱਲ ਨਾਲ ਉਹਨੂੰ ਹੋਰ ਠੇਸ ਪਹੁੰਚੇਗੀ ਜਾਂ ਪ੍ਰੇਰਿਤ ਹੋਏਗਾ, ਮੈਨੂੰ ਇੰਨੀ ਗੱਲ ਦੱਸੋ। ਮੈਂ ਉਹਦੇ ਨਾਲ ਲੇਕਿਨ ਹੌਸਲਾ ਅਫਜ਼ਾਈ ਉਹਦੀ ਜ਼ਰੂਰ ਕਰਨਾ ਚਾਹੁੰਦਾ, ਉਹਨੂੰ ਇਹ ਜ਼ਰੂਰ ਦੱਸਣਾ ਚਾਹੁੰਦਾ ਦੈਟ ਇਟਸ ਓਕੇ, ਪ੍ਰੋਬਲਮ ਹੈ ਐਂਡ ਵੀ ਨੋ, ਵੀ ਸੀ ਯੂ, ਰੈਦਰ ਦੈਨ ਸੇਇੰਗ ਕਿ ਯਾਰ ਤੁਸੀਂ ਮਿਹਨਤ ਨਹੀਂ ਕਰ ਰਹੇ ਤਾਂ ਇਹ ਤੁਹਾਡੇ ਚ ਕਮੀ ਹੈ। ਨਹੀਂ, ਮੈਂ ਕਦੀ ਇਹ ਨਹੀਂ ਕਹਿ ਰਿਹਾ ਕਿ ਮਿਹਨਤ ਨਹੀਂ ਕਰ ਰਹੇ, ਮੈਂ ਕਹਿ ਰਿਹਾ ਐਟੀਟਿਊਡ, ਐਪਟੀਟਿਊਡ ਇਜ਼ ਦਾ ਰਾਈਟ ਥਿੰਗ, ਕਿ ਤੁਸੀਂ ਸਹੀ ਦਿਸ਼ਾ ਦੇ ਵਿੱਚ ਕੰਮ ਕਰੋ। ਦਿੱਕਤ ਸਾਰਿਆਂ ਨੂੰ ਆਉਂਦੀ, ਕਿਹਨੂੰ ਨਹੀਂ ਆਈ? ਜਿਹੜੇ ਇੱਥੇ ਬੰਦੇ ਕਾਮਾਗਾਟਾ ਮਾਰੂ ਚ ਆਏ ਸੀਗੇ, ਜਿਹੜੇ 100 ਸਾਲ ਪਹਿਲਾਂ, ਉਹ ਤਾਂ ਅੱਧੇ ਵਿਚਾਰੇ ਮਰ ਗਏ। ਤੁਹਾਨੂੰ ਪਤਾ ਜਿਹੜੇ ਬਾਬੇ ਮਰ ਗਏ ਇੱਥੇ ਆਏ ਸੀ, ਜਿਨ੍ਹਾਂ ਨੇ ਆ ਕੇ, ਤੇ ਅੱਜ ਤੁਸੀਂ ਕੈਨੇਡਾ 'ਚ ਬੈਠ ਕੇ ਪੰਜਾਬੀ 'ਚ, ਅਸੀਂ ਦੋ ਸਰਦਾਰ ਪੱਗ ਬਣ ਕੇ ਪੰਜਾਬੀ 'ਚ ਗੱਲ ਕਰ ਰਹੇ ਆ। ਪਹਿਲੇ ਜਿਹੜੇ ਲੋਕਾਂ ਨੇ ਰੇਸਿਜ਼ਮ ਫੇਸ ਕੀਤਾ ਉਹ ਤੁਹਾਨੂੰ ਪਤਾ ਹੈ, ਸਾਨੂੰ ਤਾਂ ਪਤਾ ਵੀ ਨਹੀਂ ਕੀ ਹੈ। ਪਹਿਲੇ ਕੋਈ ਸੋਚ ਵੀ ਨਹੀਂ ਸਕਦਾ ਸੀ। ਬਿਲਕੁਲ ਇੱਕ ਅਲੱਗ ਗੱਲਬਾਤ ਹੋ ਗਈ, ਉਹ ਤਾਂ ਬਿਲਕੁਲ ਆਪਾਂ ਲੀ ਤੋਂ ਹਟ ਗਏ। ਗੱਲ ਨੂੰ ਸਮਝੋ, ਤੁਸੀਂ ਸਿਰਫ ਬੱਚਿਆਂ ਦਾ ਇਹ ਕਹਿ ਰਹੇ ਕਿ ਬੱਚੇ ਤੁਹਾਡੀ ਗੱਲ ਤੋਂ ਠੇਸ ਲੈਣਗੇ ਤਾਂ ਅਟਰੈਕਸ਼ਨ ਮਿਲੇਗੀ। ਆਈ ਡੋਂਟ ਐਗਰੀ ਵਿਦ ਦਿਸ। ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਉਹਨੂੰ ਪ੍ਰੈਜ਼ੈਂਟ ਕਰੋ। ਯੂ ਡੋਂਟ ਹੈਵ ਟੂ ਐਗਰੀ, ਇਟਸ ਓਕੇ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਇਹ ਗੱਲ ਕਹੋ ਜੋ ਮੈਂ ਕਹਿ ਰਿਹਾ, ਜੋ ਮੈਂ ਕਹਿਣਾ ਚਾਹੁੰਦਾ, ਇੰਟੈਂਸ਼ਨ ਕੀ ਹੈ। ਮੈਂ ਸਾਰੇ ਬੱਚਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਟਾਈਮ ਇਜ਼ ਡਿਫਿਕਲਟ। ਬੱਚਿਆਂ ਨੂੰ ਕਿਉਂ ਕੱਲਾ ਬੱਚੇ, ਵਾਈ ਡੋਂਟ ਯੂ ਨੋ ਹਾਊ ਮੈਨੀ ਇਮੀਗ੍ਰੈਂਟਸ ਆਰ ਕਮਿੰਗ ਫਰਮ ਅਦਰ ਦੈਨ ਪੰਜਾਬ ਆਲਸੋ? ਹਾਊ ਮੈਨੀ ਪੀਪਲ ਆਰ ਕਮਿੰਗ ਫਰਮ ਅਦਰ ਦੈਨ ਪੰਜਾਬ ਆਲਸੋ? ਐਂਡ ਥੀਸ ਆਰ ਇਨ देयर 30s 40s ਐਂਡ 35 45 ਪਲੱਸ ਵੀ ਲੋਕੀ ਆ ਰਹੇ ਨੇ। ਮੈਂ ਉਹਨਾਂ ਨੂੰ ਵੀ ਇੱਕ ਗੱਲ ਕਹਿਣਾ ਚਾਹੁੰਦਾ ਕਿ ਜਦ ਤੁਸੀਂ ਆਉਂਦੇ ਹੋ, ਨੋ ਡਾਊਟ ਅਬਾਊਟ ਇਟ, ਤੁਸੀਂ ਆਉਂਦੇ ਹੋ ਇੱਕ ਬਫਰ ਲੈ ਕੇ ਆਉਂਦੇ ਹੋ, ਉਹ ਬਫਰ ਥੋੜਾ ਜਿਹਾ ਕ੍ਰੀਏਟ ਕਰਕੇ ਰੱਖੋ। ਥੋੜਾ ਜਿਹਾ ਇਹ ਨਹੀਂ ਕਿ ਇੱਥੇ ਆਉਂਦੇ ਸਰ ਤੁਹਾਨੂੰ ਜੌਬ ਮਿਲ ਰਹੀ, ਥੋੜਾ ਜਿਹਾ ਟਾਈਮ ਡਿਫਿਕਲਟ ਹੈ, ਥੋੜਾ ਇੱਕ ਬਫਰ ਲੈ ਕੇ ਚੱਲੋ ਐਂਡ ਕਨੈਕਟ ਟੂ ਦਾ। ਤੁਸੀਂ ਇਸ ਗੱਲ ਨੂੰ ਕਹਿ ਰਹੇ ਹੋ ਕਿ ਨਹੀਂ ਉਹ ਦੂਸਰਾ ਟੌਪਿਕ ਹੈ, ਦੂਜਾ ਟੌਪਿਕ ਨਹੀਂ ਹੈ। ਜਿਹੜੇ ਇੰਡੀਆ ਦੇ ਏਜੰਟ ਹੈ, ਇਮੀਗ੍ਰੇਸ਼ਨ ਕੰਸਲਟੈਂਟ ਹੈ, ਉਹਨਾਂ ਨੇ ਬਹੁਤ ਮਿਸਗਾਈਡ ਕੀਤਾ ਹੋਇਆ ਲੋਕਾਂ ਨੂੰ ਕਿ ਜਾਂਦੇ ਸਾਰੀ ਉੱਥੇ ਇੰਨੇ ਡਾਲਰ ਘੰਟੇ ਦੇ ਮਿਲਣਗੇ। ਇਹ ਚੀਜ਼ ਤਾਂ ਸਾਨੂੰ ਐਜ਼ ਅ ਮੀਡੀਆ ਪਰਸਨ ਦੱਸਣੀ ਚਾਹੀਦੀ ਹੈ। ਉਹ ਜਿਸ ਵੇਲੇ ਬੱਚੇ ਕੋਲੋਂ 15 20 ਲੱਖ 25 ਲੱਖ ਲੈਂਦੇ ਆ, ਉਹ ਨਾਲ ਹੀ ਘੰਟੇ ਦੇ ਹਿਸਾਬ ਦੱਸ ਕੇ ਦਿੰਦੇ, ਲੋ ਜੀ ਇੰਨੇ ਪੈਸੇ ਬਣ ਗਏ, ਇਹ ਲੱਖ ਰੁਪਏ ਬੱਚਾ ਮਹੀਨਾ ਤੁਹਾਨੂੰ ਭੇਜਣਾ ਵੀ ਸ਼ੁਰੂ ਕਰ ਦੇਗਾ। ਬੱਚਾ ਇੱਥੇ ਆਉਂਦਾ, ਬੱਚੇ ਦੇ ਸਿਰ ਤੇ ਪ੍ਰੈਸ਼ਰ ਹੁੰਦਾ, ਉਧਰੋਂ ਬਾਪੂ ਫੋਨ ਕਰ ਰਿਹਾ, ਹਾਂ ਜੀ ਜੌਬ ਮਿਲੀ, ਬੱਚਾ ਪ੍ਰੈਸ਼ਰ। ਮੈਂ ਕਹਿੰਦਾ ਮਹੀਨੇ 2 ਮਹੀਨੇ ਤੱਕ ਬਫਰ ਲੈ ਕੇ ਆਓ, ਤੁਹਾਨੂੰ ਜੌਬ ਵੀ ਮਿਲੇਗੀ। ਔਰ ਮੈਂ ਫਿਰ ਇਹ ਗੱਲ ਕਹਿਣਾ ਚਾਹੁੰਦਾ, ਇਕੱਲੇ ਬੱਚੇ ਨਹੀਂ, ਸਾਊਥ ਏਸ਼ੀਅਨ ਕਮਿਊਨਿਟੀ ਜਿਹੜੀ ਹੈ, ਵੀ ਆਰ ਦਾ ਸਮਾਰਟੈਸਟ ਪੀਪਲ ਔਨ ਦਾ ਅਰਥ, ਨਾਟ ਇਨ ਅਮੈਰੀਕਾ, ਨਾਟ ਇਨ ਇੰਡੀਆ, ਔਨ ਦਾ ਅਰਥ, ਬਿਕੋਜ਼ ਵੀ ਆਰ ਦਾ ਕ੍ਰੀਏਟਰ, ਵੀ ਆਰ ਦਾ ਸਟਾਰਟਰ। ਅਸੀਂ ਸਾਰੇ ਕੰਮ ਕਰ ਸਕਦੇ ਹਾਂ, ਅਸੀਂ ਕਰ ਲਾਂਗੇ। ਸਾਡੇ ਇੱਧਰੋਂ ਕੋਈ ਉੱਧਰ ਜਾ ਕੇ ਰਾਜੀ ਨਹੀਂ, ਅਸੀਂ ਆ ਕੇ ਇਹਨਾਂ ਦੇ ਮੁਲਕ ਦੇ ਵਿੱਚ ਪੂਰਾ ਆਪਣਾ ਪੰਜਾਬ ਇੰਡੀਆ ਬਣਾ ਕੇ ਰਹਿ ਰਹੇ ਹਾਂ ਨਾ। ਤਾਂ ਮੈਂ ਕਹਿਣਾ ਚਾਹੁੰਦਾ ਮੇਰੀ ਇੱਕੋ ਹੀ ਇੰਟੈਂਸ਼ਨ ਹੈ, ਜਾਂ ਇੱਕੋ ਹੀ ਮੇਰੀ ਜਿਹੜੀ ਫੀਲਿੰਗ ਹੈ ਕਿ ਟਾਈਮ ਇਜ਼ ਡਿਫਿਕਲਟ ਬਟ ਯੂ ਆਰ ਸਟਰੋਂਗਰ ਦੈਨ ਦੈਟ, ਯੂ ਕੈਨ ਵਿਨ ਦੈਟ। ਤੁਸੀਂ ਕਰ ਸਕਦੇ ਹੋ, ਤੁਹਾਡੇ 'ਚ ਹੈਗਾ ਉਹ ਜਜ਼ਬਾ ਹੈ, ਥੋੜ੍ਹਾ ਜਿਹਾ ਬਸ ਸਬਰ ਰੱਖਣ ਦੀ ਲੋੜ ਹੈ। ਗਲਤ ਕੋਈ ਨਹੀਂ ਗਾ, ਥੋੜ੍ਹਾ ਜਿਹਾ ਸਬਰ ਰੱਖਣ ਦੀ ਲੋੜ ਹੈ, ਬਸ ਮੈਂ ਇਹੀ ਕਹਿਣਾ ਚਾਹੁੰਦਾ। ਠੀਕ ਹੈ, ਥੈਂਕ ਯੂ ਸੋ ਮਚ ਭਾਜੀ। ਬਿਲਕੁਲ ਆਈ ਥਿੰਕ ਮੁੱਕਦੀ ਗੱਲ ਇਹ ਹੈ ਕਿ ਸਮਾਂ ਔਖਾ ਹੋ ਸਕਦਾ ਹੈ, ਸ਼ਾਇਦ ਹਾਲਾਤ ਸਾਰਿਆਂ ਦੇ ਅਲੱਗ ਨੇ, ਮੁਸ਼ਕਿਲਾਤ ਹੈ ਜੌਬ ਲੈਣ 'ਚ ਵੀ, ਲੇਕਿਨ ਹੌਸਲਾ ਨਾ ਹਾਰੀਏ ਤੇ ਲੱਗੇ ਰਹੀਏ, ਕਿਉਂਕਿ ਗੱਲ ਸਾਰਿਆਂ ਦੀ ਆਖਿਰਕਾਰ ਬਣ ਹੀ ਜਾਊਗੀ। ਥੈਂਕ ਯੂ ਸੋ ਮਚ ਹਰਮੀਤ ਜੀ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ।